ਹੈਲੋ ਸਟੂਡੈਂਟਸ, ਵੈਲਕਮ ਟੂ ਮਾਈ YouTube ਚੈਨਲ। ਬੱਚਿਓ, ਅੱਜ ਦੀ ਵੀਡੀਓ ਵਿੱਚ ਆਪਾਂ 8th ਕਲਾਸ ਦਾ ਟੌਪਿਕ ਗ੍ਰਾਫਾਂ ਬਾਰੇ ਜਾਣਕਾਰੀ ਚੈਪਟਰ ਨੰਬਰ 13 ਦੇ ਬਾਰੇ ਪੜ੍ਹਾਂਗੇ। ਅੱਛਾ, ਲਾਸਟ ਵੀਡੀਓ ਵਿੱਚ ਬੱਚਿਓ ਚੈਪਟਰ ਨੰਬਰ 4 ਕਰਵਾਇਆ ਗਿਆ ਸੀ, ਡਾਟਾ ਹੈਂਡਲਿੰਗ, ਅੰਕੜਿਆਂ ਦਾ ਪ੍ਰਬੰਧਨ। ਉਸ ਦੇ ਇੱਕ ਨੰਬਰ ਦੇ MCQs ਰਹਿ ਗਏ ਸੀ, ਉਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਵਰ ਕਰਾਂਗੇ। ਬੱਚਿਓ, ਅੱਜ ਦੀ ਵੀਡੀਓ ਵਿੱਚ ਤੁਹਾਨੂੰ ਗ੍ਰਾਫਾਂ ਬਾਰੇ ਜਾਣਕਾਰੀ ਦਿੱਤੀ ਜਾਊਗੀ ਕਿ ਗ੍ਰਾਫ ਦੇ ਵਿੱਚ ਕਿਸੇ ਬਿੰਦੂ ਦੀ x ਦੂਰੀ ਤੋਂ ਕਿੰਨੀ ਦੂਰੀ ਹੈ, y ਦੂਰੀ ਤੋਂ ਕਿੰਨੀ ਦੂਰੀ ਹੈ। ਕੋਈ ਦਿੱਤਾ ਹੋਇਆ ਗ੍ਰਾਫ ਹੈ, ਉਸ ਦੇ ਵਿੱਚ ਕੀ ਜਾਣਕਾਰੀ ਦਿੱਤੀ ਗਈ ਹੈ। ਗ੍ਰਾਫ ਨੂੰ ਪੜ੍ਹਨਾ ਸਿਖਾਇਆ ਜਾਊਗਾ ਅਤੇ ਇਸ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਬਿੰਦੂਆਂ ਦੀ ਲੋਕੇਸ਼ਨ ਬਾਰੇ ਦੱਸਿਆ ਜਾਊਗਾ, ਸਥਿਤੀ ਬਾਰੇ ਦੱਸਿਆ ਜਾਊਗਾ ਕਿ ਬਿੰਦੂ x ਦੂਰੀ ਤੋਂ ਕਿੰਨੀ ਦੂਰੀ ਹੈ, y ਦੂਰੀ ਤੋਂ ਕਿੰਨੀ ਦੂਰੀ 'ਤੇ ਹੈ ਅਤੇ ਉਸ ਦਾ ਨਿਰਦੇਸ਼ ਬਿੰਦੂ ਕੀ ਹੋਏਗਾ। ਜਿਵੇਂ ਆ ਬਿੰਦੂ ਹੈ, ਇਹ ਬਿੰਦੂ x ਦੂਰੀ ਤੋਂ ਕਿੰਨੀ ਦੂਰੀ 'ਤੇ ਹੈ, 1 2 3 4, ਇਹ 4 ਯੂਨਿਟਸ ਦੀ ਦੂਰੀ 'ਤੇ ਹੈ ਅਤੇ ਇਹੀ ਬਿੰਦੂ y ਦੂਰੀ ਤੋਂ ਕਿੰਨੀ ਦੂਰੀ 'ਤੇ ਹੈ, 1 2 3। ਜਿਹੜਾ x ਦੂਰਾ ਹੁੰਦਾ ਉਹ ਲੇਟਵੀਂ ਰੇਖਾ ਹੁੰਦੀ ਹੈ ਅਤੇ y ਧੁਰਾ ਜਿਹੜਾ ਹੈਗਾ ਉਹ ਖੜਵੀਂ ਰੇਖਾ ਹੁੰਦੀ ਹੈ। ਬੱਚਿਓ, ਕਿਸੇ ਬਿੰਦੂ ਦੀ x ਧੁਰੇ ਤੋਂ ਅਤੇ y ਧੁਰੇ ਤੋਂ ਦੂਰੀ ਨੂੰ ਦੱਸਣ ਦੀ ਵਿਧੀ ਨੂੰ ਕਾਰਟੇਜ਼ੀਅਨ ਵਿਧੀ ਕਿਹਾ ਜਾਂਦਾ, ਕਾਰਟੇਜ਼ੀਅਨ ਸਿਸਟਮ। ਤਾਂ ਇੱਥੇ ਮੈਂ ਕਾਰਟੇਜ਼ੀਅਨ ਪਲੇਨ ਬਣਾਇਆ, ਇਹ ਕਾਰਟੇਜ਼ੀਅਨ ਪਲੇਨ ਹੀ ਕਿਹਾ ਜਾਂਦਾ, ਜਿਹਦੇ ਵਿੱਚ ਕੀ ਹੈ, ਕਿਸੇ ਵੀ ਬਿੰਦੂ ਨੂੰ ਦੱਸਣ ਵਾਸਤੇ x ਧੁਰਾ ਅਤੇ y ਧੁਰੇ ਬਣਾਉਣ ਦੀ ਜ਼ਰੂਰਤ ਪੈਂਦੀ ਹੈ। ਜਦੋਂ ਬਿੰਦੂਆਂ ਬਾਰੇ ਪਤਾ ਲੱਗ ਗਿਆ ਆਪਾਂ ਨੂੰ, ਤਾਂ ਵੱਖਰੇ ਵੱਖਰੇ ਬਿੰਦੂਆਂ ਨੂੰ ਜਦੋਂ ਆਪਾਂ ਗ੍ਰਾਫ ਦੇ ਉੱਪਰ ਅੰਕਿਤ ਕਰਦੇ ਹਾਂ ਤਾਂ ਉਹਨਾਂ ਨੂੰ ਆਪਾਂ ਜਦੋਂ ਮਿਲਾਉਂਦੇ ਹਾਂ ਤਾਂ ਆਪਣੇ ਕੋਲ ਇੱਕ ਸਿੱਧੀਆਂ ਰੇਖਾਵਾਂ ਦੀ ਲਗਾਤਾਰ ਇੱਕ ਅਟੁੱਟ ਰੇਖਾ ਬਣਦੀ ਹੈ, ਜਿਸ ਨੂੰ ਆਪਾਂ ਬੋਲਦੇ ਹੈਗੇ ਆ ਰੇਖੀ ਗ੍ਰਾਫ। ਜਿਵੇਂ ਕਿ ਬੱਚੋ ਦੇਖੋ, ਚੈਪਟਰ 4 ਦੇ ਵਿੱਚ ਆਪਾਂ ਵੱਖਰੇ ਵੱਖਰੇ ਗ੍ਰਾਫ ਕੀਤੇ ਸੀਗੇ, ਉਹ ਵੀ ਲੇਖ ਵਿਧੀ ਰਾਹੀਂ ਸੀ, ਗ੍ਰਾਫਾਂ ਦੀ ਹੀ ਗੱਲ ਕੀਤੀ ਗਈ ਸੀ, ਜਿਸ ਵਿੱਚ ਛੱਡ ਗ੍ਰਾਫ ਆ ਜਾਂਦਾ ਹੈ। ਛੱਡ ਗ੍ਰਾਫ ਕਿਸ ਤਰ੍ਹਾਂ ਦਾ ਹੁੰਦਾ, ਆਪਣੇ ਕੋਲ ਇਸ ਤਰ੍ਹਾਂ ਬਾਰਸ ਬਣੀਆਂ ਹੁੰਦੀਆਂ ਸੀ, ਠੀਕ ਹੈ। ਅਤੇ ਜੇ ਆਪਾਂ ਆਇਤ ਗ੍ਰਾਫ ਦੀ ਗੱਲ ਕਰੀਏ ਤਾਂ ਇਹੀ ਛੱਡ ਜਿਹੜੀਆਂ ਹੁੰਦੀਆਂ ਆਪਸ ਵਿੱਚ ਜੁੜੀਆਂ ਹੁੰਦੀਆਂ, ਤਾਂ ਇਹਨਾਂ ਨੂੰ ਆਪਾਂ ਕੀ ਬੋਲਦੇ ਹਾਂ, ਆਇਤ ਗ੍ਰਾਫ ਬੋਲਦੇ ਹਾਂ। ਫਿਰ ਆਪਾਂ ਇੱਕ ਪਾਈ ਚਾਰਟ ਬਾਰੇ ਪੜ੍ਹਿਆ ਸੀ, ਪਾਈ ਚਾਰਟ। ਉਸ ਤੋਂ ਬਾਅਦ ਹੁਣ 13ਵੇਂ ਚੈਪਟਰ ਦੇ ਵਿੱਚ ਰੇਖੀ ਗ੍ਰਾਫਾਂ ਬਾਰੇ ਜਾਣਕਾਰੀ ਵਿੱਚ ਤੁਹਾਨੂੰ ਇਹਦੇ ਵਿੱਚ ਅਲੱਗ-ਅਲੱਗ ਬਿੰਦੂਆਂ ਨੂੰ ਪਹਿਲਾਂ ਤਾਂ ਦੱਸਣਾ ਪਏਗਾ ਕਿ ਬਿੰਦੂ x ਧੁਰੇ ਤੋਂ ਕਿੰਨੀ ਦੂਰੀ 'ਤੇ ਹੈ, y ਧੁਰੇ ਤੋਂ ਕਿੰਨੀ ਦੂਰੀ 'ਤੇ ਹੈ। ਭਾਵ ਕਿ ਇਹਨਾਂ ਬਿੰਦੂਆਂ ਨੂੰ ਦੀ ਸਥਿਤੀ ਦੱਸਣ ਤੋਂ ਬਾਅਦ ਤਾਂ ਇਹਨਾਂ ਨੂੰ ਜਦੋਂ ਆਪਾਂ ਜੁਆਇਨ ਕਰਦੇ ਹਾਂ ਤਾਂ ਆਪਣੇ ਕੋਲ ਇੱਕ ਸਿੱਧੀ ਰੇਖਾ ਬਣਦੀ ਹੈ, ਉਸ ਨੂੰ ਰੇਖੀ ਗ੍ਰਾਫ ਕਹਿੰਦੇ। ਅਤੇ ਜਿਹੜੇ ਬਿੰਦੂ ਹੈਗੇ ਹੈ, ਇਸ ਨੂੰ ਆਪਾਂ ਕੀ ਬੋਲਦੇ ਹਾਂ, ਨਿਰਦੇਸ਼ਾਂਕ। ਅੱਗੋਂ ਆਪਾਂ ਬਿੰਦੂਆਂ ਨੂੰ ਦੱਸਣ ਦਾ ਜਿਹੜਾ ਤਰੀਕਾ ਹੈਗਾ, ਜਿਵੇਂ ਮੰਨ ਲਓ ਨਿਰਦੇਸ਼ ਅੰਕ ਦੀ ਆਪਾਂ ਗੱਲ ਕਰਾਂਗੇ। ਨਿਰਦੇਸ਼ਾਂਕ ਕੀ ਹੁੰਦਾ, ਕਿਸੇ ਬਿੰਦੂ ਦੀ x ਧੁਰੇ ਤੋਂ ਦੂਰੀ ਅਤੇ y ਧੁਰੇ ਤੋਂ ਦੂਰੀ ਬਾਰੇ ਆਪਾਂ ਨੂੰ ਜਾਣਕਾਰੀ ਮਿਲਦੀ ਹੈ। ਜਿਵੇਂ ਕਿ ਆਹ ਬਿੰਦੂ ਹੈ, ਇਹ x ਧੁਰੇ ਤੋਂ ਕਿੰਨੀ ਦੂਰੀ 'ਤੇ ਹੈ, y ਧੁਰੇ ਤੋਂ ਕਿੰਨੀ ਦੂਰੀ 'ਤੇ ਹੈ, ਤਾਂ ਅਸਲ ਦੇ ਵਿੱਚ ਇਹਦਾ ਇਹਦੇ ਵਿੱਚ x ਦਾ ਮੁੱਲ ਕੀ ਹੋਏਗਾ ਅਤੇ y ਦਾ ਮੁੱਲ ਕੀ ਹੋਏਗਾ। ਬੱਚੋ, ਗ੍ਰਾਫ ਦੇ ਉੱਪਰ ਆਪਾਂ ਬਿੰਦੂਆਂ ਦੀ ਸਥਿਤੀ ਦੱਸਣ ਦੇ ਲਈ ਦੋ ਧੁਰੇ ਖਿੱਚੇ ਹੈ, ਇੱਕ ਹੈਗਾ x ਧੁਰਾ ਅਤੇ ਇੱਕ ਹੈਗਾ y ਧੁਰਾ। ਤਾਂ ਇਹ ਦੋਨੋਂ ਰੇਖਾਵਾਂ ਜਿਹੜੀਆਂ ਹੈਗੀਆਂ, ਜਿਹੜੇ ਬਿੰਦੂ ਤੋਂ ਇਹਨਾਂ ਦੀ ਸ਼ੁਰੂਆਤ ਹੁੰਦੀ ਹੈ, ਉਹ ਹੈਗਾ ਓਰੀਜਨ ਮੂਲ ਬਿੰਦੂ, ਜਿਸ ਨੂੰ 0 ਨਾਲ ਜਾਣਿਆ ਜਾਂਦਾ ਹੈ। ਇਹ ਮੂਲ ਬਿੰਦੂ ਹੈ। ਤਾਂ 0 ਲਿਖਿਆ ਜਿਹੜਾ ਇਹ ਨਿਰਦੇਸ਼ਾਂਕ ਹੈ, ਇਸ ਬਿੰਦੂ ਦਾ ਨਿਰਦੇਸ਼ਾਂਕ ਹੈ। ਇਸ ਤੋਂ ਬਾਅਦ ਬੱਚੋ ਵੱਖਰੇ ਵੱਖਰੇ ਬਿੰਦੂਆਂ ਨੂੰ ਆਪਾਂ ਇਸ ਗ੍ਰਾਫ ਦੇ ਉੱਪਰ ਬਣਾਵਾਂਗੇ। ਤਾਂ ਇਸ ਓਰੀਜਨ ਪੁਆਇੰਟ ਤੋਂ ਸਾਰਿਆਂ ਦੀ ਦੂਰੀ ਜਿਹੜੀ ਹੈਗੀ ਉਹ ਬਰਾਬਰ ਰੱਖਣੀ ਹੈ, ਮਤਲਬ x ਧੁਰੇ ਦੇ ਉੱਪਰ ਆਪਾਂ ਬਰਾਬਰ ਦੂਰੀ 'ਤੇ ਨਿਸ਼ਾਨ ਲਗਾਵਾਂਗੇ। ਸਭ ਤੋਂ ਪਹਿਲਾਂ ਜਿਹੜੀਆਂ ਗੂੜ੍ਹੀਆਂ ਹਰੇ ਰੰਗ ਦੀਆਂ ਰੇਖਾਵਾਂ ਹੁੰਦੀਆਂ, ਇਹ ਬਰਾਬਰ ਯੂਨਿਟਸ ਦੀਆਂ ਹੁੰਦੀਆਂ। ਇੱਥੇ ਆਪਾਂ x ਧੁਰੇ 'ਤੇ 1 2 3 4 5 ਇਹ ਆਪਾਂ ਕਿਤੇ ਤੱਕ ਲਿਖਣੀਆਂ ਹੈਗੀਆਂ। ਇਹ ਜ਼ਰੂਰਤ ਪੈਣ 'ਤੇ ਆਪਾਂ ਇਹਨੂੰ ਵਧਾ ਘਟਾ ਸਕਦੇ ਹਾਂ, ਪਰ ਅਸਲ ਦੇ ਵਿੱਚ ਤੁਹਾਨੂੰ ਇੱਕ ਚੀਜ਼ ਮੈਂ ਇੱਥੇ ਹੋਰ ਦੱਸਾਂ
ਕਿ ਨਿਰਦੇਸ਼ਾਂਕ ਦੇ ਵਿੱਚ ਪਹਿਲਾ ਮੁੱਲ ਜਿਹੜਾ ਹੁੰਦਾ ਉਹ x ਦਾ ਹੁੰਦਾ, ਦੂਸਰਾ ਮੁੱਲ ਕਿੰਨਾ ਹੁੰਦਾ y ਦਾ। ਤਾਂ x ਧੁਰੇ ਦੇ ਉੱਪਰ ਆਪਾਂ ਉਹ ਮੁੱਲ ਲਿਖਣੇ ਹੈ ਜਿਹੜਾ ਆਪਣੇ ਕੋਲ ਕੀ ਹੈ, ਕਿਸੇ ਵੀ ਬਿੰਦੂ ਦਾ ਜਿਹੜਾ ਪਹਿਲਾ ਆਪਣੇ ਕੋਲ ਬਿੰਦੂ ਆ ਜਾਵੇਗਾ, ਆਪਾਂ ਉਸ ਦੀ ਦੂਰੀ ਦੇਖਣੀ। ਜਿਵੇਂ 2 ਹੈ ਤਾਂ ਆਪਾਂ ਇਹ 2 ਤੱਕ ਹੀ ਲਿਖਣੇ ਸੀ। ਲਿਖਣ ਨੂੰ ਤਾਂ ਆਪਾਂ ਅੱਗੋਂ ਵੀ ਲਿਖ ਸਕਦੇ ਹਾਂ, ਪਰ ਜ਼ਰੂਰਤ ਦੇ ਹਿਸਾਬ ਨਾਲ। ਇੱਥੇ b ਦੇ ਵਿੱਚ x ਦੀ ਜਗ੍ਹਾ 'ਤੇ ਕੀ ਹੈ 5 ਹੈ, ਕਿਉਂਕਿ x ਪਹਿਲੇ ਨੰਬਰ 'ਤੇ ਹੈ। ਇੱਥੇ 5 ਹੈ ਤਾਂ ਕੀ ਹੈ, ਓਰੀਜਨ ਤੋਂ ਇਹਦੀ ਦੂਰੀ ਕੀ ਹੈ 5 ਇਕਾਈਆਂ ਤੱਕ ਆਪਾਂ ਲਿਖਣਾ ਹੈ। ਜੇ ਇੱਥੇ 15 ਹੁੰਦਾ ਤਾਂ ਆਪਾਂ 15 ਤੱਕ ਲੈ ਕੇ ਜਾਣਾ ਸੀ ਇਸ ਨੂੰ। ਤਾਂ ਇਸ ਲਈ ਇੱਥੇ ਆਪਣੇ ਕੋਲ ਮੁੱਲ ਜਿਹੜਾ ਹੈਗਾ ਵੱਧ ਤੋਂ ਵੱਧ 5 ਹੈ, ਤਾਂ ਮੈਂ 5 ਤੱਕ ਹੀ ਲਿਖਿਆ ਇਹਨੂੰ। ਉਸੇ ਤਰ੍ਹਾਂ y ਬਿੰਦੂ ਜਿਹੜਾ ਹੈਗਾ ਤਾਂ y ਧੁਰੇ ਦੇ ਉੱਪਰ ਕੀ ਹੈ ਬਿੰਦੂ ਆਪਾਂ ਕਿਸੇ ਤੱਕ ਲਿਖਣੇ ਆ, ਜਿਵੇਂ 3 4 4 4 ਤੱਕ ਹੀ ਵੱਧ ਤੋਂ ਵੱਧ ਜਾ ਰਿਹਾ, ਤਾਂ ਇੱਥੇ ਆਪਾਂ ਲਿਖਾਂਗੇ 1 2 3 4। ਬੱਚੋ ਇੱਥੇ ਇੱਕ ਹੋਰ ਚੀਜ਼ ਮੈਂ ਦੱਸ ਦਿਆਂ ਕਿ ਓਰੀਜਨ ਜਿਹੜਾ ਪੁਆਇੰਟ ਹੁੰਦਾ ਹੈ ਮੂਲ ਬਿੰਦੂ ਵਾਲਾ, ਜਿਵੇਂ ਆਪਾਂ ਲਿਖਦੇ ਹਾਂ ਖੱਬੇ ਤੋਂ ਸੱਜੇ ਪਾਸੇ ਵੱਧਦੇ ਹਾਂ ਤਾਂ ਉਵੇਂ ਹੀ ਗਿਣਤੀ ਇਹ ਵੱਧਦੀ ਜਾ ਰਹੀ ਹੈ, ਜਾਂ ਫਿਰ ਥੱਲੇ ਤੋਂ ਆਪਾਂ ਉੱਪਰ ਨੂੰ ਜਾਂਦੇ ਹਾਂ ਤਾਂ ਉੱਪਰ ਵੀ ਗਿਣਤੀ ਕੀ ਹੈ ਵੱਧਦੀ ਜਾ ਰਹੀ ਹੈ। ਅੱਗੋਂ 9th 10th ਕਲਾਸਿਸ ਵਿੱਚ ਕੀ ਹੈ ਤੁਸੀਂ x ਡੈਸ਼ ਅਤੇ y ਡੈਸ਼ ਬਾਰੇ ਵੀ ਪੜ੍ਹੋਗੇ ਕਿ ਜਿਵੇਂ ਆਪਾਂ ਇੱਕ ਨੋਰਮਲ ਸੰਖਿਆ ਰੇਖਾ ਦੀ ਗੱਲ ਕੀਤੀ ਸੀ। ਸੰਖਿਆ ਰੇਖਾ ਵਿੱਚ ਕੀ ਹੁੰਦਾ ਸੀਗਾ ਕਿ ਇੱਥੇ 0 ਹੈ, ਇੱਧਰ 1 ਸੱਜੇ ਪਾਸੇ ਕੀ ਹੈ ਧਨਾਤਮਕ ਸੰਖਿਆਵਾਂ ਹੁੰਦੀਆਂ ਸੀ, ਅਤੇ ਖੱਬੇ ਪਾਸੇ ਕੀ ਹੁੰਦੀਆਂ ਸੀ ਰਿਣਾਤਮਕ ਸੰਖਿਆਵਾਂ। ਤਾਂ ਉੱਥੇ ਕੀ ਸੀ ਇੱਕ ਹੀ ਰੇਖਾ ਸੀਗੀ ਸੰਖਿਆ ਰੇਖਾ। ਇੱਥੇ x ਧੁਰਾ ਵੀ ਹੈ ਅਤੇ y ਧੁਰਾ ਵੀ ਹੈਗਾ। ਤਾਂ ਆਪਾਂ ਫਿਲਹਾਲ ਨਿਰਦੇਸ਼ਾਂਕ ਦੀ ਜਾਣਕਾਰੀ ਲਵਾਂਗੇ ਇੱਥੋਂ ਕਿ ਇਹ ਬਿੰਦੂਆਂ ਨੂੰ ਆਪਾਂ ਬਿੰਦੂਆਂ ਦੀ ਕੀ ਸਥਿਤੀ ਹੋਏਗੀ ਗ੍ਰਾਫ ਦੇ ਉੱਪਰ। ਤਾਂ ਇਹਦੇ ਵਿੱਚ ਇੱਕ ਗੱਲ ਹੋਰ ਮੈਂ ਦੱਸਾਂ ਕਿ ਜਿਹੜਾ x ਦਾ ਮੁੱਲ ਹੁੰਦਾ ਉਸ ਨੂੰ ਆਪਾਂ ਬੋਲਦੇ ਹਾਂ ਭੁਜ, ਅਤੇ y ਦੇ ਮੁੱਲ ਨੂੰ ਆਪਾਂ ਕੀ ਬੋਲਦੇ ਹਾਂ ਕੋਟੀ। ਤਾਂ ਇਹਨਾਂ ਨੂੰ ਆਪਾਂ ਬ੍ਰੈਕਟ ਦੇ ਵਿੱਚ ਹੀ ਲਿਖਣਾ ਹੈਗਾ। ਇੰਗਲਿਸ਼ ਦੇ ਵਿੱਚ ਇਸ ਨੂੰ ਅਬਸੀਸਾ, ਅਤੇ y ਦੇ ਮੁੱਲ ਨੂੰ ਆਪਾਂ ਕੀ ਹੈ ਓਰਡੀਨੇਟ ਬੋਲਦੇ ਹਾਂ। ਅਤੇ ਇਹਨਾਂ ਦੋਨਾਂ ਨੂੰ ਕੀ ਹੈ, ਇਹਨਾਂ ਦੋਨੋਂ ਦਾ ਮਿਲ ਕੇ ਕੀ ਬਣਦਾ ਹੈਗਾ ਕੋਆਰਡੀਨੇਟ ਨਿਰਦੇਸ਼ਾਂਕ। ਤਾਂ ਹੁਣ ਦੇਖੋ a ਦਾ ਮੁੱਲ ਜਿਵੇਂ 2 ਅਤੇ 3 ਹੈ, ਪਹਿਲਾਂ x ਦਾ ਮੁੱਲ 2 ਦੇਖਾਂਗੇ। x ਧੁਰੇ ਦੇ ਉੱਪਰ 2 ਬਿੰਦੂ ਆ ਗਿਆ, ਇੱਥੋਂ ਦੀ ਆਪਾਂ ਦੇਖਾਂਗੇ ਕਿਸ ਤੱਕ ਜਾਣਾ ਹੈਗਾ ਆਪਾਂ। ਵੈਸੇ ਤਾਂ ਬਿੰਦੂ ਤਾਂ ਇਹਦੀ ਤਾਂ ਆਪਾਂ ਦੂਰੀ ਕਦੇ ਆਪਾਂ ਖ਼ਤਮ ਹੀ ਨਹੀਂ ਕਰ ਸਕਦੇ, ਕਿਉਂਕਿ ਇੱਥੇ ਤੀਰ ਦਾ ਨਿਸ਼ਾਨ ਹੈ, ਮਤਲਬ ਜੇ 2 ਹੈ ਤਾਂ 2 ਦਾ ਮਤਲਬ ਆ ਪੂਰੀ ਲਾਈਨ ਹੈ। ਅਤੇ y ਦਾ ਮੁੱਲ ਕਿੰਨਾ 3, ਤਾਂ y ਧੁਰੇ ਉੱਪਰ ਆਪਾਂ ਕੀ ਹੈ 3 ਦੇਖਾਂਗੇ। ਇਹ ਦੋਨੋਂ ਕੀ ਹੈ ਜਿੱਥੇ ਮਿਲਦੇ ਹੈਗੇ ਹੈ ਤਾਂ ਉਸ ਬਿੰਦੂ ਨੂੰ ਆਪਾਂ a ਨਾਮ ਦੇਵਾਂਗੇ। a ਦਾ ਮੁੱਲ ਹੈਗਾ 2 ਅਤੇ 3। ਜੇਕਰ ਕੀ ਹੈ 5 4 ਦੀ ਗੱਲ ਕੀਤੀ ਹੈ ਤਾਂ x ਦੇ ਮੁੱਲ ਦੇ x ਧੁਰੇ ਉੱਪਰ ਆਪਾਂ 5 ਦੇਖਾਂਗੇ। y ਦਾ ਮੁੱਲ ਕਿੰਨਾ ਹੈਗਾ 4 ਹੈ, ਤਾਂ ਇੱਥੋਂ ਆਪਾਂ ਕੀ ਹੈ 4 ਤੱਕ ਆਪਾਂ ਇਹਨੂੰ ਲੈ ਕੇ ਜਾਣਾ। ਤਾਂ ਜਿੱਥੇ ਇਹ ਮਿਲਣਗੇ ਜਿਹੜੇ ਬਿੰਦੂ 'ਤੇ ਉਸ ਬਿੰਦੂ ਦਾ ਨਾਮ ਹੈਗਾ, ਉਸ ਬਿੰਦੂ ਦਾ ਨਿਰਦੇਸ਼ਕ ਹੈਗਾ b 5 ਅਤੇ 4। ਉਸ ਤਰ੍ਹਾਂ c ਬਿੰਦੂ ਹੈਗਾ 1 ਅਤੇ 4। ਤਾਂ x ਦਾ ਮੁੱਲ 1, y ਦਾ ਮੁੱਲ ਕੀ ਹੈ 4 ਹੈ, ਉਹਦੀ ਸੇਧ ਵਿੱਚ ਇੱਥੇ 4, ਅਤੇ ਇਹ ਵਾਲੇ ਬਿੰਦੂ ਨੂੰ ਆਪਾਂ ਕੀ ਹੈ c ਨਾਮ ਦੇ ਦਾਂਗੇ 1 ਅਤੇ 4। ਹੁਣ ਬੱਚੋ ਕਈ ਵਾਰੀ ਪੇਪਰ ਦੇ ਵਿੱਚ ਆ ਜਾਂਦਾ ਹੈਗਾ ਕਿ ਬਿੰਦੂ 2 ਅਤੇ 3 ਅਤੇ 2 ਕੀ ਇਹ ਦੋਨੋਂ ਇੱਕੋ ਹਨ, ਬਰਾਬਰ ਹਨ? ਤਾਂ ਇਸ ਦਾ ਜਵਾਬ ਹੈਗਾ ਨਹੀਂ। ਜਿਵੇਂ 2 ਅਤੇ 3 ਦੀ ਜੇ ਆਪਾਂ ਗੱਲ ਕਰੀਏ ਤਾਂ ਪਹਿਲਾਂ x ਦਾ ਮੁੱਲ 2 ਅਤੇ y ਦਾ ਮੁੱਲ ਕੀ ਹੈ 3। ਤਾਂ b ਬਿੰਦੂ ਨੇ ਆਪਣੇ ਕੋਲ ਆਹ ਨਿਰਦੇਸ਼ਕ ਵਾਲਾ ਬਿੰਦੂ ਆ ਗਿਆ 2 ਅਤੇ 3। ਜਿਵੇਂ ਕਿ ਇੱਥੇ a ਬਿੰਦੂ ਦਾ ਨਿਰਦੇਸ਼ਕ ਸੀ ਇਹ ਵਾਲਾ, ਅਤੇ ਜੇ ਆਪਾਂ 3 2 ਨੂੰ ਰਿਪਰੈਜ਼ੈਂਟ ਕਰਨਾ ਹੋਵੇ ਤਾਂ x ਦਾ ਮੁੱਲ 3 ਅਤੇ y ਦਾ ਮੁੱਲ 2। ਤਾਂ ਦੇਖਿਆ ਜਾਵੇ ਤਾਂ ਆਹ ਦੋ ਬਿੰਦੂ ਕੀ ਹੈਗੇ ਆ, ਇਹ ਵੱਖਰੇ ਵੱਖਰੇ ਹੈਗੇ ਆ, ਇਹ ਇਕੁਅਲ ਨਹੀਂ ਹੈ। ਤਾਂ ਇਸ ਲਈ ਕੀ ਹੈ ਧਿਆਨ ਰੱਖਣਾ ਹੈਗਾ, ਪਹਿਲਾਂ ਕਿਸੇ ਵੀ ਨਿਰਦੇਸ਼ਕ ਦੇ ਵਿੱਚ x ਦਾ ਮੁੱਲ ਹੋਏਗਾ, ਫਿਰ ਕੀ ਹੋਏਗਾ y ਦਾ ਮੁੱਲ। ਇੱਕ ਬੱਚੇ ਜ਼ਿਆਦਾਤਰ ਗਲਤੀ ਕੀ ਕਰਦੇ ਆ, ਜੇਕਰ ਇੱਥੇ 2 ਹੈ ਤਾਂ ਉਹ ਇੱਧਰੋਂ 2 ਦੇਖਦੇ ਆ। ਪਹਿਲਾਂ 2 ਆਪਾਂ ਇੱਧਰੋਂ ਨਹੀਂ ਦੇਖਣਾ, y ਧੁਰੇ ਉੱਪਰੋਂ ਨਹੀਂ ਦੇਖਣਾ। ਜੇ 2 ਹੈ ਤਾਂ ਆਪਾਂ x ਧੁਰੇ ਉੱਪਰ ਲੇਟਵੀਂ ਰੇਖਾ ਦੇ ਉੱਪਰ ਦੇਖਣਾ ਹੈਗਾ 2, ਠੀਕ ਹੈ। ਅਤੇ ਜਿਹੜਾ 3 ਹੈ ਉਹ ਬਾਅਦ ਵਿੱਚ ਆਪਾਂ ਖੜਵੀਂ ਰੇਖਾ ਦੇ ਉੱਪਰ ਦੇਖਾਂਗੇ। ਤਾਂ ਇਸ ਤਰ੍ਹਾਂ ਕੀ ਹੈ ਵੱਖਰੇ ਵੱਖਰੇ ਬਿੰਦੂਆਂ ਨੂੰ ਕੀ ਹੈ ਆਪਾਂ ਗ੍ਰਾਫ ਦੇ ਉੱਪਰ ਅੰਕਿਤ ਕਰਨ ਦਾ ਇੱਕ ਤਰੀਕਾ ਸਿੱਖਿਆ। ਤਾਂ ਇਹਨਾਂ ਬਿੰਦੂਆਂ ਨੂੰ ਕੀ ਬੋਲਦੇ ਹੈਗੇ ਆਪਾਂ ਨਿਰਦੇਸ਼ਾਂਕ। ਪੇਪਰ ਦੇ ਵਿੱਚ ਇਹ ਵਾਲੇ ਕੁਐਸਚਨਸ ਕੀ ਹੈ ਬਹੁਤ ਵਾਰੀ ਆਏ ਹੈ ਕਿ ਬਿੰਦੂਆਂ ਨੂੰ ਕੀ ਹੈ ਗ੍ਰਾਫ ਦੇ ਉੱਪਰ ਦਰਸਾਓ ਅਤੇ ਦੱਸੋ ਕਿ ਇਹ ਇੱਕੋ ਰੇਖਾ ਉੱਪਰ ਹਨ। ਜੇਕਰ ਮੰਨ ਲਓ ਆਹ 3 ਬਿੰਦੂਆਂ ਦੀ ਆਪਾਂ ਗੱਲ ਕਰੀਏ, ਬਿੰਦੂਆਂ ਨੂੰ ਅੰਕਿਤ ਕਰਨ ਤੋਂ ਬਾਅਦ ਸਕੇਲ ਨਾਲ ਤੁਸੀਂ ਦੇਖ ਲੈਣਾ ਕਿ ਇਹ ਕੀ ਤਿੰਨੋਂ ਇੱਕੋ ਰੇਖਾ ਉੱਪਰ ਹਨ। ਬਿਲਕੁਲ, ਕਿਉਂਕਿ ਇਹਨਾਂ ਨੂੰ ਮਿਲਾ ਕੇ
ਇੱਕ ਹੀ ਰੇਖਾ ਬਣਦੀ ਹੈ। ਤਾਂ ਜੇ ਇਹ 4 ਬਿੰਦੂਆਂ ਦੀ ਗੱਲ ਕਰਨ ਤਾਂ ਕੀ ਇਹ ਚਾਰੋਂ ਬਿੰਦੂ ਇੱਕੋ ਰੇਖਾ ਉੱਪਰ ਹਨ? ਨਹੀਂ, ਇੱਥੋਂ ਪਹਿਲਾਂ ਰੇਖਾ ਸਿੱਧੀ ਆ ਰਹੀ ਹੈ, ਫਿਰ ਇੱਧਰ ਜਾ ਰਹੀ ਹੈ, ਤਾਂ ਇੱਕ ਸਟ੍ਰੇਟ ਲਾਈਨ ਨਹੀਂ ਹੈਗੀ। ਬੱਚੋ ਕਈ ਵਾਰੀ ਕੁਐਸਚਨ ਆ ਜਾਂਦਾ ਹੈ ਕਿ P ਬਿੰਦੂ 0 ਅਤੇ 2 0 2 ਅਤੇ Q ਬਿੰਦੂ 5 ਅਤੇ 0 ਇਹ ਗ੍ਰਾਫ ਦੇ ਉੱਪਰ ਕਿੱਥੇ ਜੇ ਆਉਂਦੇ ਆ, ਜਾਂ ਫਿਰ ਕੀ ਇਹ ਬਿੰਦੂ X ਧੁਰੇ ਉੱਪਰ ਹੈ ਜਾਂ Y ਧੁਰੇ ਉੱਪਰ ਹੈ, ਜਾਂ ਫਿਰ ਇਸ ਬਿੰਦੂ ਬਾਰੇ ਪੁੱਛਿਆ ਜਾਂਦਾ ਹੈ। ਤਾਂ ਇਸ ਗੱਲ ਨੂੰ ਆਪਾਂ ਸਪਸ਼ਟ ਕਰਦੇ ਹਾਂ ਕਿ ਜਿਵੇਂ ਇੱਥੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੇ 5 ਤੇ 4 ਹੈ, 5 ਦਾ ਮਤਲਬ ਹੈ ਕਿ X ਧੁਰੇ ਉੱਪਰ 5 ਹੈ, ਤਾਂ 5 ਦਾ ਮਤਲਬ ਕੀ ਹੋਇਆ ਕਿ ਇਹ ਇੱਕ ਸਿੱਧੀ ਰੇਖਾ ਹੋ ਗਈ, ਇੱਕ ਸਿੱਧੀ ਰੇਖਾ ਹੈ। ਤਾਂ ਉਵੇਂ ਹੀ ਇੱਥੇ ਕੀ ਹੈ, ਜੇਕਰ 5 4 ਦੇ ਬਜਾਏ 2 3 ਦੀ ਗੱਲ ਕੀਤੀ ਜਾਊਗੀ ਤਾਂ ਆਹ 2 ਵਾਲੀ ਇੱਕ ਰੇਖਾ ਸਿੱਧੀ ਹੋਊਗੀ। ਅਤੇ ਜੇਕਰ ਕੀ ਹੈ 0 2 ਦੀ ਗੱਲ ਕੀਤੀ ਜਾਊਗੀ ਤਾਂ ਆਪਾਂ x ਦਾ ਮੁੱਲ 0 ਲਿਖਾਂਗੇ। ਜਿਵੇਂ ਇੱਥੇ x ਦਾ ਮੁੱਲ ਕਿੰਨਾ ਸੀ 5, ਫਿਰ ਇੱਥੇ x ਦਾ ਮੁੱਲ ਕਿੰਨਾ ਹੈਗਾ 2 ਹੈ, ਅਤੇ ਜੇ ਇੱਥੇ 0 ਆ ਜਾਵੇ ਤਾਂ ਉਹ ਆਪਣਾ ਜਿਹੜਾ ਬਿੰਦੂ ਹੈ ਉਹ y ਧੁਰੇ ਦੇ ਉੱਪਰ ਆ ਜਾਏਗਾ। ਕਹਿਣ ਦਾ ਮਤਲਬ y ਧੁਰੇ ਦੇ ਉੱਪਰ x ਦਾ ਮੁੱਲ 0 ਹੋਏਗਾ, y ਧੁਰੇ ਉੱਪਰ x ਦਾ ਜਿਹੜਾ ਮੁੱਲ ਹੈਗਾ x ਦਾ ਮੁੱਲ 0 ਹੋਏਗਾ, x ਧੁਰੇ ਉੱਪਰ y ਦਾ ਮੁੱਲ ਕੀ ਹੋਏਗਾ 0। ਯਾਨੀ ਕਿ ਇੱਥੇ ਜੇ x ਦੀ ਜਗ੍ਹਾ 'ਤੇ 0 ਹੈ ਤਾਂ ਆਪਾਂ ਇਹ 0 ਦੀ ਆਹ ਵਾਲੀ ਲਾਈਨ ਬਣਾਵਾਂਗੇ, ਅਤੇ y ਦਾ ਮੁੱਲ 2 ਹੈ ਤਾਂ ਲਾਈਨ y ਦੀ ਮੁੱਲ ਮਤਲਬ y ਦੀ ਲਾਈਨ ਆ ਬਣ ਗਈ। ਤਾਂ ਬਿੰਦੂ ਕਿਹੜਾ ਆ ਗਿਆ ਇਹ ਵਾਲਾ P 2 0 ਅਤੇ 2। ਤਾਂ ਇਹ ਵਾਲਾ ਬਿੰਦੂ x ਧੁਰੇ ਉੱਪਰ ਆ ਰਿਹਾ ਕਿ y ਧੁਰੇ ਉੱਪਰ ਆ ਰਿਹਾ? ਲੇਟਵੀਂ ਰੇਖਾ x ਧੁਰਾ ਹੈ, ਖੜਵੀਂ ਰੇਖਾ y ਧੁਰਾ ਹੈ। ਤੁਸੀਂ ਇਹਨੂੰ ਇਸ ਤਰ੍ਹਾਂ ਯਾਦ ਰੱਖ ਸਕਦੇ ਹੋ ਕਿ ਜੇ x ਦਾ ਮੁੱਲ 0 ਹੈ ਤਾਂ y ਦਾ ਮੁੱਲ ਦਿੱਤਾ ਹੋਇਆ, ਕਿਉਂਕਿ ਆਪਾਂ ਨੂੰ ਪਤਾ ਨਿਰਦੇਸ਼ਾਂਕ x ਪਹਿਲਾਂ ਹੁੰਦਾ ਬਾਅਦ 'ਚੋਂ y ਹੁੰਦਾ। ਜੇ ਇੱਥੇ ਆ ਜਾਵੇ 0 ਤਾਂ ਇਹ ਵਾਲਾ ਬਿੰਦੂ y ਧੁਰੇ ਦੇ ਉੱਪਰ ਆਏਗਾ, ਕਿਉਂਕਿ ਉੱਥੇ x ਦਾ ਮੁੱਲ 0 ਹੈ ਅਤੇ y ਦਾ ਮੁੱਲ ਕੋਈ ਵੀ ਹੋ ਸਕਦਾ, 2 ਹੋ ਸਕਦਾ, 3 ਹੋ ਸਕਦਾ, 4 ਹੋ ਸਕਦਾ। ਤਾਂ ਇਹ ਜਿਹੜਾ ਬਿੰਦੂ ਹੈਗਾ ਆਹ ਵਾਲਾ ਬਿੰਦੂ ਉਹ ਕੀ ਆਏਗਾ y ਧੁਰੇ ਉੱਪਰ ਆਏਗਾ। ਅਤੇ ਇਸੇ ਤਰ੍ਹਾਂ ਜੇਕਰ x ਅਤੇ y ਦੇ ਵਿੱਚ ਇੱਥੇ x ਦੀ ਕੋਈ ਨਾ ਕੋਈ ਕੀਮਤ ਦਿੱਤੀ ਹੋਵੇ, ਜਿਵੇਂ ਇੱਥੇ 5 ਹੈ, y ਦਾ ਮੁੱਲ ਜੇ 0 ਆ ਗਿਆ ਤਾਂ ਇਹਦਾ ਮਤਲਬ ਕੀ ਹੈ, ਜਿਵੇਂ ਆਪਾਂ ਇਸ ਚੀਜ਼ ਨੂੰ ਸਮਝਿਆ ਸੀ 5 ਅਤੇ 2, ਉਸੇ ਤਰ੍ਹਾਂ ਆਪਾਂ 5 ਅਤੇ 0 ਨੂੰ ਸਮਝਾਂਗੇ। ਇੱਥੇ ਪਹਿਲਾਂ 5 ਹੈ, 5 ਦਾ ਮਤਲਬ ਹੈ ਜਿਵੇਂ ਮੰਨ ਲਓ ਆਪਾਂ x ਦੇ ਉੱਪਰ ਮੁੱਲ ਦੇਖਾਂਗੇ ਤਾਂ ਇਹ ਇੱਕ ਲਾਈਨ ਹੋ ਗਈ, ਤਾਂ y ਦਾ ਮੁੱਲ 0 ਹੈ। ਜੇ y ਦਾ ਮੁੱਲ 4 ਹੁੰਦਾ ਤਾਂ ਆਪਾਂ ਲਾਈਨ ਇਸ ਤਰ੍ਹਾਂ ਬਣਾਉਂਦੇ, y ਦਾ ਮੁੱਲ 3 ਹੈ ਤਾਂ ਲਾਈਨ ਆਪਾਂ ਇਸ ਤਰ੍ਹਾਂ ਬਣਾਉਂਦੇ, x ਦੇ ਸਮਾਂਤਰ ਬਣਾਉਣੀ ਸੀ। ਹੁਣ ਇੱਥੇ y ਦਾ ਮੁੱਲ ਕਿੰਨਾ 0 ਹੈ ਤਾਂ ਲਾਈਨ ਆਹ ਟੁੱਟਵੀਂ ਰੇਖਾ ਹੋ ਗਈ, ਇਹ x ਦੇ ਉੱਪਰ ਹੀ ਆ ਗਈ, ਤਾਂ ਬਿੰਦੂ ਅਸਲ ਦੇ ਵਿੱਚ ਕੀ ਹੋ ਗਿਆ ਆਹ ਵਾਲਾ ਹੋ ਗਿਆ। ਤਾਂ ਇਸ ਦਾ ਜਿਹੜਾ ਨਿਰਦੇਸ਼ਾਂਕ ਹੈ ਉਹ ਕੀ ਆ ਜਾਊਗਾ 5 ਅਤੇ 0। ਜੇਕਰ ਇੱਥੇ x ਦਾ ਮੁੱਲ 5 ਹੈ, ਕੋਈ ਵੀ ਹੋ ਸਕਦਾ ਹੈ, 5 ਹੋਵੇ, 2 ਹੋਵੇ, 4 ਹੋਵੇ, y ਦਾ ਮੁੱਲ ਕੀ ਆ ਗਿਆ 0, ਤਾਂ ਇਹ ਵਾਲਾ ਬਿੰਦੂ ਕਿੱਥੇ ਆਏਗਾ, ਇਹ x ਧੁਰੇ ਉੱਪਰ ਆਏਗਾ, x ਧੁਰੇ ਉੱਪਰ। ਯਾਨੀ ਕਿ x ਧੁਰੇ ਦੇ ਉੱਪਰ x ਦਾ ਮੁੱਲ ਹੋਏਗਾ ਅਤੇ y ਦਾ ਮੁੱਲ 0, ਅਤੇ y ਧੁਰੇ ਦੇ ਉੱਪਰ y ਦਾ ਮੁੱਲ ਹੋਏਗਾ, x ਦਾ ਮੁੱਲ 0 ਹੋਏਗਾ। ਬੱਚੋ ਆਪਾਂ ਸਟਾਰਟਿੰਗ ਦੇ ਵਿੱਚ ਕੀਤਾ ਸੀ ਕਿ ਜਿੱਥੇ x ਧੁਰਾ ਅਤੇ y ਧੁਰਾ ਮਿਲਦੇ ਹਨ ਉਹ ਵਾਲਾ ਬਿੰਦੂ ਕਿਹੜਾ ਹੁੰਦਾ, ਮੂਲ ਬਿੰਦੂ ਹੁੰਦਾ। ਤਾਂ ਮੂਲ ਬਿੰਦੂ ਤੋਂ ਹੀ ਸ਼ੁਰੂਆਤ ਹੁੰਦੀ ਹੈ ਬਰਾਬਰ ਇਕਾਈਆਂ ਦੀ, ਜਿਵੇਂ ਇੱਥੋਂ ਦੀ 1 2 3 4 5, ਉਵੇਂ ਹੀ ਉੱਪਰ y ਧੁਰੇ ਦੇ ਵਿੱਚ ਵੀ ਮੁੱਲ 1 2 3 4 ਆਪਾਂ ਮੂਲ ਬਿੰਦੂ ਤੋਂ ਸ਼ੁਰੂਆਤ ਕਰਦੇ ਹਾਂ। ਪਰ ਕਈ ਵਾਰ ਮੰਨ ਲਓ ਹੁਣ ਆਹ 5 ਤੱਕ ਤਾਂ ਹੈਗਾ, ਅਗਾਂਹ 6 7 8 ਅਗਾਂਹ ਜਾਂਦੇ ਜਾਂਦੇ ਆਪਣੇ ਕੋਲ ਮੁੱਲ ਮੰਨ ਲਓ 30 ਆ ਗਿਆ, ਜਾਂ 30 ਤੋਂ ਸ਼ੁਰੂਆਤ ਹੋ ਰਹੀ ਹੈ, ਤਾਂ ਆਪਾਂ ਉਦੋਂ ਇਸ ਗ੍ਰਾਫ ਦੇ ਉੱਪਰ ਆਪਾਂ ਅੰਕੜਿਆਂ ਨੂੰ ਕਿਵੇਂ ਰਿਪਰਜੈਂਟ ਕਰਨਾ, ਉਦੋਂ ਇੱਥੇ ਆਪਾਂ ਛੋਟਾ ਜਿਹਾ ਇੱਕ ਨਿਸ਼ਾਨ ਬਣਾ ਦੇਣਾ ਕਿੰਕ ਦਾ। ਤਾਂ ਇੱਥੋਂ ਆਪਾਂ ਸ਼ੁਰੂਆਤ ਕਰ ਸਕਦੇ ਹਾਂ 30 31 32, ਮਤਲਬ ਜਿਹੜਾ ਆਹ ਨਿਸ਼ਾਨ ਹੈ ਇਹ ਕਿੰਕ ਦਾ ਨਿਸ਼ਾਨ ਹੁੰਦਾ ਹੈ, ਇਹ ਰਿਪਰਜੈਂਟ ਕਰਦਾ ਕਿ ਇਸ ਤੋਂ ਪਹਿਲਾਂ ਕੀ ਹੈ, ਬਾਕੀ ਮੁੱਲ ਜਿਹੜੇ ਹੈਗੇ ਆ ਉਹ ਹੈਗੇ ਆ ਓਰੀਜਨ ਤੋਂ, ਪਰ ਉਹਨਾਂ ਨੂੰ ਕੀ ਹੈ ਇਗਨੋਰ ਕੀਤਾ ਗਿਆ, ਕਿਉਂਕਿ ਮੇਨ ਤਾਂ ਆਪਾਂ ਜਿਹੜਾ ਡਾਟਾ ਹੋਏਗਾ ਉਹ ਆਪਾਂ ਇਹਦੇ ਨਾਲ ਰਿਲੇਟਡ ਹੀ ਹੋਏਗਾ ਨਾ। ਉਸ ਤਰ੍ਹਾਂ y ਧੁਰੇ ਦੇ ਉੱਪਰ ਵੀ ਕੀ ਹੈ ਇਹ ਕਿੰਕ ਦਾ ਨਿਸ਼ਾਨ ਬਣ ਜਾਂਦਾ ਹੈਗਾ। ਤਾਂ ਵੀ ਜੇ ਇੱਥੇ ਆਪਣੇ ਕੋਲ ਮੁੱਲ 5 ਆ, 5 ਤੋਂ ਬਾਅਦ ਆਪਾਂ ਹੋਰ
ਮਤਲਬ ਯਾਨੀ ਕਿ ਅੰਕਾਂ ਨੂੰ ਰਿਪਰੈਜ਼ੈਂਟ ਕਰਨਾ ਹੈ, ਤਾਂ ਇੱਥੇ ਆਪਾਂ ਕੀ ਹੈ 20, 21, 22, ਮਤਲਬ ਕਹਿਣ ਦਾ ਮਤਲਬ ਜੇ ਆਪਾਂ ਇਸ ਤੋਂ ਬਾਅਦ ਵਾਲੇ ਮੁੱਲ ਨੂੰ ਲਿਖਣਾ ਤਾਂ ਇੱਕ ਛੋਟੇ ਜਿਹੇ ਪੇਜ 'ਤੇ ਗ੍ਰਾਫ ਦੇ ਉੱਪਰ ਰਿਪਰੈਜ਼ੈਂਟ ਕਰਨਾ ਔਖਾ ਹੈਗਾ ਇਸ ਲਈ ਇੱਕ ਇੰਕ ਦਾ ਨਿਸ਼ਾਨ ਹੈ, ਇਹ ਆ ਜਿਹੜੀ ਐਕਸ ਭੂਰੇ ਵਾਲੀ ਰੇਖਾ ਹੈਗੀ ਹੈ, ਇੱਥੇ ਆਪਾਂ ਐਨ ਬਣਾ ਦੇਣਾ। ਤੁਸੀਂ ਜੇ ਇਹਨੂੰ ਇਸ ਤਰ੍ਹਾਂ ਬਣਾ ਦੋਗੇ ਤਾਂ ਇਹ ਵੀ ਗਲਤ ਨਹੀਂ ਹੈ, ਬਸ ਇਹਦੇ ਵਿੱਚ ਗੈਪ ਹੋਣਾ ਚਾਹੀਦਾ। ਇਹਨੂੰ ਬੋਲਦੇ ਆ ਕਿੰਕ। ਥਰਮਾਮੀਟਰ ਦੇ ਵਿੱਚ ਵੀ ਇਹ ਹੁੰਦਾ ਨਾ, ਥਰਮਾਮੀਟਰ ਜਿਹੜਾ ਹੁੰਦਾ ਉਹਦੇ ਵਿੱਚ ਪਾਰਾ ਜਿਹੜਾ ਹੁੰਦਾ ਉੱਥੇ ਕਿੰਕ ਨਹੀਂ ਬਣਿਆ ਹੁੰਦਾ, ਠੀਕ ਹੈ ਨਾ। ਤਾਂ ਇਹ ਜਿਹੜਾ ਨਿਸ਼ਾਨ ਹੈ ਇਹ ਕਿੰਕ ਨੂੰ ਰਿਪਰੈਜ਼ੈਂਟ ਕਰਦਾ। ਬੱਚੋ ਆਓ ਆਪਾਂ ਅੱਗੋਂ ਕੁਐਸਚਨ ਕਰਦੇ ਹਾਂ। ਗ੍ਰਾਫਾਂ ਬਾਰੇ ਜਾਣਕਾਰੀ ਦੇ ਵਿੱਚ ਕੀ ਹੈ, ਗ੍ਰਾਫ ਨੂੰ ਪੜ੍ਹਨ ਦਾ ਵੱਲ ਵੀ ਹੋਣਾ ਚਾਹੀਦਾ। ਪੇਪਰ ਦੇ ਵਿੱਚ ਕੀ ਹੈ, ਜੇਕਰ ਤੁਹਾਨੂੰ ਗ੍ਰਾਫ ਬਣਿਆ ਹੋਇਆ ਆਉਂਦਾ ਤਾਂ ਪ੍ਰਸ਼ਨਾਂ ਦੇ ਉੱਤਰ ਦੇਣ ਨੂੰ ਕਿਹਾ ਜਾਏਗਾ। ਤਾਂ ਜਿਵੇਂ ਹੁਣ ਇਹਦੇ ਵਿੱਚ ਕੀ ਹੈ, ਕਹਿੰਦੇ ਦਿੱਤਾ ਗ੍ਰਾਫ ਹਸਪਤਾਲ ਵਿੱਚ ਦਾਖਲ ਇੱਕ ਰੋਗੀ ਦੇ ਹਰ ਘੰਟੇ ਦੇ ਤਾਪਮਾਨ ਨੂੰ ਦਰਸਾਉਂਦਾ ਹੈ। ਤਾਂ ਹੁਣ ਆਹ ਗ੍ਰਾਫ ਹੋ ਗਿਆ, ਇੱਧਰ ਕੀ ਹੋ ਗਿਆ ਸਮਾਂ, ਦੂਸਰੇ ਪਾਸੇ ਕੀ ਹੋ ਗਿਆ ਰੋਗੀ ਦਾ ਤਾਪਮਾਨ। ਹੁਣ ਇੱਥੇ ਦੇਖੋ ਮੂਲ ਬਿੰਦੂ ਕਿਹੜਾ ਹੈਗਾ 0 ਹੈ, ਤਾਂ ਦੇਖੋ ਕਿੰਕ ਦਾ ਨਿਸ਼ਾਨ ਬਣਾਇਆ ਨਾ, ਕਿਉਂਕਿ ਦੇਖੋ ਥੱਲੇ ਜਿਹੜਾ ਸਮਾਂ ਹੈ, ਹੁਣ ਸਮਾਂ 8 ਵਜੇ, ਇੱਥੇ ਆਪਣਾ ਲਿਖਿਆ 9 ਵਜੇ 10 9 10 11 12, ਹੁਣ 9 ਵਜੇ ਤੋਂ ਪਹਿਲਾਂ ਵੀ ਤਾਂ ਸਮਾਂ ਆਊਗਾ 8 ਵਜੇ, ਪਰ ਇਹ ਆਪਾਂ ਸਮੇਂ ਦਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਦਾ ਕੋਈ ਮੂਲ ਬਿੰਦੂ ਹੈਗਾ, ਇਸ ਲਈ ਇੱਥੇ ਆਪਾਂ ਕਿੰਕ ਦਾ ਨਿਸ਼ਾਨ ਬਣਾਇਆ। ਉਸ ਤਰ੍ਹਾਂ ਜਿਹੜਾ ਤਾਪਮਾਨ ਹੈ ਉਹ ਥਰਮਾਮੀਟਰ ਉੱਪਰ ਕਿੰਕ ਦਾ ਨਿਸ਼ਾਨ ਹੁੰਦਾ, ਕਿਉਂਕਿ ਆਪਣਾ ਜਿਹੜਾ ਬੋਡੀ ਟੈਂਪਰੇਚਰ ਹੈਗਾ ਉਹ ਕੀ ਹੈ 37 ਡਿਗਰੀ ਸੈਲਸੀਅਸ ਹੁੰਦਾ, ਠੀਕ ਹੈ। ਤਾਂ ਉਹ ਮਤਲਬ ਯਾਨੀ ਕਿ ਜਿੱਥੇ ਕੋ ਰਿਪਰੈਜ਼ੈਂਟੇਸ਼ਨ ਕਰਨੀ ਹੁੰਦੀ ਆ ਆਪਾਂ ਨੂੰ ਉਸੇ ਚੀਜ਼ ਦੀ ਲੋੜ ਪੈਂਦੀ ਹੈ। ਤਾਂ ਇਹਦੇ ਵਿੱਚ ਕੀ ਦੱਸਿਆ ਗਿਆ, ਪਹਿਲਾਂ 2 ਵਜੇ ਦੁਪਹਿਰ ਦੇ PM ਦਾ ਮਤਲਬ ਦੁਪਹਿਰ ਦੇ ਅਤੇ 3 PM 'ਤੇ ਰੋਗੀ ਦਾ ਤਾਪਮਾਨ ਕਿੰਨਾ ਸੀ। ਤਾਂ ਪਹਿਲਾਂ ਗ੍ਰਾਫ ਦੇ ਵਿੱਚ ਦੇਖਾਂਗੇ 2 ਆ ਸੀ, ਤਾਂ 2 ਦੀ ਸੇਧ ਦੇ ਵਿੱਚ ਦੇਖਾਂਗੇ ਬਿੰਦੂ ਇੱਥੇ ਹੈ, ਇਸ ਬਿੰਦੂ ਦੀ ਸੇਧ ਵਿੱਚ ਆਪਾਂ ਬਾਈਤੁਰੇ ਵਾਲੇ ਪਾਸੇ ਨੂੰ ਜਾਵਾਂਗੇ ਤਾਂ ਰੋਗੀ ਦਾ ਤਾਪਮਾਨ 2 ਵਜੇ ਕਿੰਨਾ ਸੀ 101 ਡਿਗਰੀ ਫਾਰਨਹੀਟ, ਇੱਥੇ ਫਾਰਨਹੀਟ ਦੇ ਵਿੱਚ ਹੈਗਾ, ਤਾਂ 2 ਵਜੇ ਕਿੰਨਾ ਸੀ 101 ਡਿਗਰੀ ਫਾਰਨਹੀਟ, ਅਤੇ 3 ਵਜੇ ਕਿੰਨਾ ਸੀ ਰੋਗੀ ਦਾ ਤਾਪਮਾਨ, ਆ ਬਿੰਦੂ ਆ ਗਿਆ ਇੱਥੇ, ਇਸ ਬਿੰਦੂ ਤੋਂ ਆਪਾਂ ਕੀ ਹੈ ਖੜਵੀ ਰੇਖਾ ਵਾਲੇ ਪਾਸੇ ਦੇਖਾਂਗੇ 3 PM 'ਤੇ ਕਿੰਨਾ ਸੀਗਾ 99 ਡਿਗਰੀ ਫਾਰਨਹੀਟ, ਠੀਕ ਹੈ। ਸੈਕਿੰਡ ਕੁਐਸਚਨ, ਰੋਗੀ ਦਾ ਤਾਪਮਾਨ 100 ਡਿਗਰੀ ਫਾਰਨਹੀਟ ਕਿਸ ਸਮੇਂ ਸੀ। ਹੁਣ 100 ਡਿਗਰੀ ਫਾਰਨਹੀਟ ਕਹਿ ਰਹੇ ਆ ਤਾਂ ਆਪਾਂ ਤਾਪਮਾਨ ਵਾਲੇ ਪਾਸੇ ਦੇਖਾਂਗੇ 100 ਆ ਸੀ, ਤਾਂ 100 ਦੀ ਸੇਧ ਵਿੱਚ ਆਪਾਂ ਦੇਖਾਂਗੇ ਬਿੰਦੂ ਕਿੱਥੇ ਆ ਰਿਹਾ, ਇੱਕ ਆ ਰਿਹਾ ਬਿੰਦੂ, ਇੱਕ ਆਹ ਆ ਰਿਹਾ, ਹੋਰ ਨਹੀਂ ਆ ਰਿਹਾ, ਤਾਂ ਆਪਾਂ ਦੱਸ ਸਕਦੇ ਹਾਂ ਕਿ 100 ਡਿਗਰੀ ਤਾਪਮਾਨ ਆਪਣਾ ਹੈਗਾ ਸੀ ਦੁਪਹਿਰੇ 12 ਵਜੇ ਅਤੇ 1 ਵਜੇ। ਹੁਣ ਇਹ ਜਿਹੜੀ ਲਾਈਨ ਹੈ 2 ਬਿੰਦੂਆਂ ਨੂੰ ਤਾਂ ਆਪਾਂ ਕੀ ਹੈ ਦੱਸਤਾ, 2 ਬਿੰਦੂ ਤੋਂ ਆਪਾਂ ਨੂੰ ਪਤਾ ਲੱਗੂਗਾ ਕਿ 12 ਵਜੇ ਵੀ 100 ਡਿਗਰੀ ਤਾਪਮਾਨ ਸੀ ਅਤੇ 1 ਵਜੇ ਵੀ ਸੀ। ਤਾਂ ਜਿਹੜੀ ਆ ਲਾਈਨ ਲਗਾਈ ਹੈ ਇਹਦਾ ਮਤਲਬ ਇਹ ਹੈ ਕਿ ਇਸ ਸਮੇਂ ਵੀ ਤਾਪਮਾਨ ਕਿੰਨਾ ਸੀਗਾ 12:30 12:15। ਹੁਣ ਇਹ ਥੋੜ੍ਹੀ ਗਿਆ ਕਿ ਵਾਰ-ਵਾਰ ਆਪਾਂ ਕੀ ਹੈ ਥਰਮਾਮੀਟਰ ਹੀ ਹੈ ਆਪਾਂ ਥਰਮਾਮੀਟਰ ਨਾਲ ਹੀ ਚੈੱਕ ਕਰਦੇ ਰਹੀਏ ਵਾਰ-ਵਾਰ, ਤਾਂ ਕੀ ਹੈ ਇੱਕ ਵਾਰੀ 12 ਵਜੇ ਚੈੱਕ ਕਰ ਲਿਆ, ਇੱਕ ਵਾਰੀ 1 ਵਜੇ ਚੈੱਕ ਕਰ ਲਿਆ, ਤਾਂ ਤੁਸੀਂ ਇਹ ਲਿਖਣਾ ਇੱਥੇ ਕਿ ਦੁਪਹਿਰ 12 ਤੋਂ 1 ਵਜੇ ਤੱਕ, ਦੁਪਹਿਰ 12 ਤੋਂ 1 PM ਤੱਕ ਰੋਗੀ ਦਾ ਤਾਪਮਾਨ 100 ਡਿਗਰੀ ਫਾਰਨਹੀਟ ਸੀ। ਮਤਲਬ ਤੋਂ ਵਰਡ ਯੂਜ਼ ਕਰਨਾ ਇੱਥੇ 12 ਅਤੇ 1 ਨਹੀਂ ਪਾਉਣਾ, ਤੋਂ ਲਿਖਣਾ। ਤੀਸਰਾ, ਕਿਹੜੇ 2 ਸਮਿਆਂ ਦੌਰਾਨ ਰੋਗੀ ਦਾ ਤਾਪਮਾਨ ਇੱਕੋ ਜਿਹਾ ਸੀ। ਹੁਣ ਆਪਾਂ ਸਮੇਂ ਦੇਖਣੇ ਹੈ, ਜਿਵੇਂ ਹੁਣ ਇੱਥੇ ਦੇਖਿਆ ਜਾਵੇ ਇੱਧਰ ਬਾਰੇ ਸਮਾਂ ਆ ਗਿਆ, ਇਹਦੇ ਵਿੱਚ ਜਵਾਬ ਦੇਣਾ ਹੈ। ਤਾਪਮਾਨ ਇੱਕੋ ਜਿਹਾ ਸੀਗਾ, ਜਿਵੇਂ ਪਿਛਲੇ ਸਵਾਲ ਦੇ ਵਿੱਚ ਆਪਣੇ ਕੋਲ 2 ਟਾਈਮ ਦੇ ਵਿੱਚ ਤਾਪਮਾਨ ਇੱਕੋ ਜਿਹਾ ਸੀ। ਹੁਣ ਇੱਥੇ ਤੁਸੀਂ ਕੀ ਕਹਿਣਾ ਹੈਗਾ, ਇੱਕ ਆਪਣੇ ਕੋਲ ਆ ਗਿਆ, ਯਾਨੀ ਕਿ ਐਕਸ ਉਰੇ ਦੇ ਸਮਾਂਤਰ ਇੱਕ ਰੇਖਾ ਬਣ ਗਈ, ਉਸੇ ਤਰ੍ਹਾਂ ਇੱਕ ਰੇਖਾ ਸਮਾਂਤਰ ਆ ਬਣ ਗਈ। ਤਾਂ ਤੁਸੀਂ ਕਹਿਣਾ ਇੱਥੇ ਕਿ ਸਵੇਰੇ 10 ਵਜੇ ਤੋਂ 11 ਵਜੇ ਤੱਕ ਅਤੇ ਦੁਪਹਿਰ 12 ਤੋਂ 1 ਵਜੇ ਤੱਕ ਤਾਪਮਾਨ ਕੀ ਸੀ ਇੱਕੋ ਜਿਹਾ ਸੀ। ਬੱਚੋ ਹੁਣ ਆਪਾਂ ਗੱਲ ਕਰਦੇ ਹਾਂ ਦੂਸਰੇ ਕੁਐਸਚਨ ਦੀ। ਤਾਂ ਇਹਦੇ ਵਿੱਚ ਕਹਿੰਦੇ ਆ ਕਿ ਦਿੱਤਾ ਗ੍ਰਾਫ ਰੇਖੀ ਗ੍ਰਾਫ ਜਿਹੜਾ ਹੈਗਾ ਇੱਕ ਉਤਪਾਦਨ ਕੰਪਨੀ ਵਿੱਚ ਵੱਖ-ਵੱਖ ਸਾਲਾਂ ਵਿੱਚ ਵਿਕਰੀ ਨੂੰ ਦਰਸਾਉਂਦਾ। ਤਾਂ ਇੱਥੇ ਥੱਲੇ ਐਕਸ ਧੁਰੇ ਦੇ ਉੱਪਰ ਕੀ ਆ ਗਿਆ ਸਾਲ, ਵਾਈ ਧੁਰੇ ਦੇ ਉੱਪਰ ਕੀ ਆ ਗਿਆ ਵਿਕਰੀ।
ਇਹ ਵਿਕਰੀ ਕਿੰਨੇ ਵਿੱਚ ਹੈ? ਕਰੋੜਾਂ ਵਿੱਚ ਹੈ। ਹੁਣ ਇੱਥੇ ਆਪਾਂ ਇੱਕ ਦਾ ਇੱਥੇ 1 ਲਿਖਿਆ ਨਾ 0 ਤੋਂ 1, ਉਹਦਾ ਮਤਲਬ ਕੀ ਹੈ? 1 ਕਰੋੜ। ਇੱਥੇ ਕੀ ਹੈ? 2 ਹੈ, ਇਹਦਾ ਮਤਲਬ 2 ਕਰੋੜ, ਕਿਉਂਕਿ ਬ੍ਰੈਕਟ ਦੇ ਵਿੱਚ ਕਰੋੜਾਂ ਲਿਖਿਆ ਹੋਇਆ ਹੈ। ਤਾਂ ਕੀ ਕਹਿੰਦੇ ਆ 2010 ਦੇ ਵਿੱਚ ਕਿੰਨੀ ਵਿਕਰੀ ਸੀ? ਤਾਂ 2010 ਦੀ ਸੇਧ ਵਿੱਚ ਦੇਖੋ ਆ ਬਿੰਦੂ ਆ ਗਿਆ, ਫਿਰ ਇਹਦੀ ਸੇਧ ਵਿੱਚ ਦੇਖੋ ਕਿੰਨਾ ਆ ਗਿਆ? 2। ਤਾਂ ਤੁਸੀਂ ਇੱਥੇ ਲਿਖਣਾ 2010 ਦੇ ਵਿੱਚ ਕਿੰਨੀ ਵਿਕਰੀ ਸੀ? 2 ਕਰੋੜ। ਇਸ ਤੋਂ ਬਾਅਦ 2011, ਤਾਂ 2011 ਤਾਂ ਇਹਦੀ ਸੇਧ ਵਿੱਚ ਆਪਾਂ ਦੇਖਾਂਗੇ ਆ ਬਿੰਦੂ ਆ ਗਿਆ। ਇਹ ਉਸ ਤੋਂ ਬਾਅਦ ਇਸ ਬਿੰਦੂ ਤੋਂ ਆਪਾਂ ਕੀ ਹੈ? y ਧੁਰੇ ਵਾਲੇ ਪਾਸੇ ਨੂੰ ਵਧਣਾ, ਤਾਂ 3 ਦੇ ਬਰਾਬਰ ਹੈ। ਇੱਥੇ ਲਿਖੋਗੇ 3 ਕਰੋੜ। ਫਿਰ 2014 ਵਿੱਚ ਕਿੰਨੀ ਵਿਕਰੀ ਸੀ? 2014 ਆ ਸੀ ਆਪਣੇ ਕੋਲ, ਆ ਬਿੰਦੂ ਹੈ, ਤਾਂ ਇਹ ਵੀ ਕਿੰਨੀ ਹੈ? ਇਹ ਵੀ 3 ਕਰੋੜ ਹੈ। ਉਸ ਤੋਂ ਬਾਅਦ 2016, ਤਾਂ 2016 ਦੇ ਵਿੱਚ ਦੇਖੋ ਕਿੰਨੀ ਵਿਕਰੀ ਸੀ? ਇਹ ਰੇਖੀ ਗ੍ਰਾਫ ਦੇ ਉੱਪਰ ਬਿੰਦੂ ਇੱਥੇ ਪਿਆ ਆਪਣੇ ਕੋਲ। ਤਾਂ ਇਸ ਤੋਂ ਬਾਅਦ ਇਹਦੇ ਤੋਂ ਆਪਾਂ y ਧੁਰੇ ਵਾਲੇ ਪਾਸੇ ਨੂੰ ਵਧਣਾ, ਤਾਂ ਕਿੰਨੀ ਹੈਗੀ ਸੀ ਵਿਕਰੀ? ਉਹ 6 ਕਰੋੜ। ਸੈਕਿੰਡ ਕੁਐਸਚਨ, ਇਹ ਜਿਹੜਾ ਹੈਗਾ ਆਪਣਾ ਫਸਟ ਪਾਰਟ ਦਾ ਆਨਸਰ ਹੈ। ਇਸ ਤੋਂ ਬਾਅਦ ਸੈਕਿੰਡ ਕੁਐਸਚਨ ਵਿੱਚ ਕੀ ਕਹਿੰਦੇ ਹੈਗੇ ਆ? 2013 ਅਤੇ 2015 ਵਿੱਚ ਹੋਈ ਵਿਕਰੀ ਦਾ ਅੰਤਰ ਪਤਾ ਕਰੋ। ਤਾਂ 2013 ਸੀ, ਤਾਂ 2013 ਦੀ ਸੇਧ ਵਿੱਚ ਆਪਾਂ ਦੇਖਾਂਗੇ y ਧੁਰੇ ਦੇ ਉੱਪਰ ਬਿੰਦੂ ਆਹ ਆ ਗਿਆ। y ਧੁਰੇ ਉੱਪਰ ਨਹੀਂ, ਰੇਖੀ ਗ੍ਰਾਫ ਦੇ ਉੱਪਰ ਪਹਿਲਾਂ ਬਿੰਦੂ ਦੇਖਾਂਗੇ ਆਪਾਂ, ਉਸ ਬਿੰਦੂ ਤੋਂ ਆਪਾਂ y ਧੁਰੇ ਵਾਲੇ ਪਾਸੇ ਨੂੰ ਵਧਣਾ ਹੈ। ਤਾਂ ਇਹ ਬਿੰਦੂ ਆ ਗਿਆ ਇਸ ਬਿੰਦੂ 'ਤੇ, 3 ਤੇ 4 ਦੇ ਵਿਚਕਾਰ ਹੈ, ਮਤਲਬ 3.5 ਹੋ ਗਿਆ। ਤਾਂ 2013 ਦੇ ਵਿੱਚ 3.5 ਕਰੋੜ ਸੀ। ਉਸ ਤੋਂ ਬਾਅਦ 2015 ਦੀ ਗੱਲ ਕਰਦੇ ਆ, ਤਾਂ 2015 ਦੇ ਵਿੱਚ ਆਪਣੇ ਕੋਲ ਸੇਮ ਉਸੇ ਤਰ੍ਹਾਂ ਹੀ ਆਪਾਂ ਪਹਿਲਾਂ 2015 ਤੋਂ ਆਪਾਂ ਰੇਖੀ ਗ੍ਰਾਫ ਦੇ ਉੱਪਰ ਆਉਣਾ ਹੈ, ਉਸ ਬਿੰਦੂ ਤੋਂ ਆਪਾਂ y ਧੁਰੇ ਵਾਲੇ ਪਾਸੇ ਨੂੰ ਵਧਣਾ ਹੈ। ਤਾਂ ਜੇ ਨਾ ਪਤਾ ਲੱਗੇ ਤਾਂ ਤੁਸੀਂ ਸਕੇਲ ਦੀ ਵਰਤੋਂ ਕਰ ਸਕਦੇ ਹੋ। ਇਹ 4 ਤੇ 5 ਦੇ ਵਿਚਕਾਰ ਹੈ। ਤਾਂ 2015 ਵਿੱਚ 4.5 ਕਰੋੜ ਸੀ। ਇਹਨਾਂ ਨੇ ਇਹ ਕਿਹਾ ਕਿ ਅੰਤਰ ਕਿੰਨਾ ਸੀ? ਤਾਂ 3.5 ਤੇ 4.5 ਦੇ ਵਿੱਚ ਅੰਤਰ ਕਿੰਨਾ ਆ ਗਿਆ? 1 ਕਰੋੜ ਦਾ। ਤਾਂ ਤੁਸੀਂ ਇੱਥੇ ਲਿਖ ਦੇਣਾ ਅੰਤਰ ਬਰਾਬਰ 1 ਕਰੋੜ। ਤੀਸਰਾ ਕਹਿੰਦੇ ਕਿ ਹਰੇਕ ਸਾਲ ਵਿਕਰੀ ਬਰਾਬਰ ਸੀ। 2009 ਦੇ ਵਿੱਚ ਵਿਕਰੀ 1 ਕਰੋੜ ਸੀ, 2010 ਦੇ ਵਿੱਚ ਵਿਕਰੀ 2 ਕਰੋੜ ਸੀ। ਤਾਂ ਹਰੇਕ ਸਾਲ ਦੇ ਵਿੱਚ ਦੇਖੋ ਵੱਖਰੇ ਵੱਖਰੀ ਆਈ ਹੈ ਨਾ, ਤਾਂ ਤੁਸੀਂ ਇਹਦਾ ਜਵਾਬ ਦੇਣਾ ਹੈ ਨਹੀਂ। ਬੱਚੋ ਹੁਣ ਇੱਕ ਹੋਰ ਕੁਐਸਚਨ ਹੈ, ਇਹਦੇ ਵਿੱਚ 2 ਰੇਖੀ ਗ੍ਰਾਫ ਬਣਾਏ ਗਏ ਹੈ। ਇੱਕ ਨੀਲੇ ਰੰਗ ਦੀ ਰੇਖਾ ਨਾਲ ਬਣਾਇਆ ਗਿਆ ਗ੍ਰਾਫ ਹੈ, ਦੂਸਰਾ ਹੈਗਾ ਲਾਲ ਰੰਗ ਦੀ ਰੇਖਾ ਨਾਲ ਬਣਾਇਆ ਗਿਆ ਗ੍ਰਾਫ ਹੈ। ਤਾਂ ਜ਼ਰੂਰੀ ਨਹੀਂਗਾ ਕਿ ਲਾਲ ਅਤੇ ਨੀਲੇ ਰੰਗ ਦਾ ਤੁਹਾਨੂੰ ਕੀ ਹੈ ਪੇਪਰ ਦੇ ਵਿੱਚ ਲਿਖਿਆ ਆਵੇ। ਤਾਂ ਉਹਦੇ 'ਚ ਇਹ ਵੀ ਹੋ ਸਕਦਾ ਹੈ ਕਿ ਇੱਕ ਸਿੱਧੀ ਰੇਖਾ ਹੋ ਸਕਦੀ ਹੈ, ਦੂਸਰੀ ਕੀ ਹੈ ਟੁੱਟਵੀਂ ਰੇਖਾ ਹੋ ਸਕਦੀ ਹੈ। ਭਾਵ ਇੱਕ ਗ੍ਰਾਫ ਇਸ ਤਰ੍ਹਾਂ ਦਾ ਹੋ ਸਕਦਾ ਹੈ, ਦੂਸਰਾ ਕੀ ਹੈ ਇਸ ਤਰ੍ਹਾਂ ਦਾ ਹੋ ਸਕਦਾ ਹੈ। ਠੀਕ ਹੈ, ਤਾਂ ਇੱਥੇ ਆਪਣੇ ਕੋਲ ਕੀ ਹੈ ਜਿਹੜਾ ਅਸਲ ਤਾਪਮਾਨ ਹੈਗਾ, ਇੱਥੇ ਦੇਖੋ ਪਰ ਰਕਮ ਪੜ੍ਹੀ ਪਹਿਲਾਂ, ਦਿੱਤੇ ਗ੍ਰਾਫ ਦੇ ਵਿੱਚ ਇੱਕ ਹਫ਼ਤੇ ਵਿੱਚ ਅਸਲ ਤਾਪਮਾਨ ਅਤੇ ਅਨੁਮਾਨਿਤ ਤਾਪਮਾਨ ਨੂੰ ਦਰਸਾਉਂਦਾ ਹੈ। ਜਿਹੜਾ ਇਹ ਗ੍ਰਾਫ ਹੈ ਕੀ ਦੱਸਦਾ ਹੈਗਾ ਕਿ ਵੱਖਰੇ ਵੱਖਰੇ ਦਿਨ ਵਿੱਚ ਕੀ ਹੈ ਤਾਪਮਾਨ ਕੀ ਹੈਗਾ ਸੀ, ਐਕਚੁਅਲ ਦੇ ਵਿੱਚ ਅਸਲ ਵਿੱਚ ਕਿੰਨਾ ਸੀ, ਅਤੇ ਉਸ ਤੋਂ ਪਹਿਲਾਂ ਜਿਵੇਂ ਮੰਨ ਲਓ ਖਬਰਾਂ ਵਿੱਚ ਕਹਿ ਦਿੰਦੇ ਆ ਕਿ ਮੀਂਹ ਹੋਣ ਦੀ ਸੰਭਾਵਨਾ ਹੈ ਜਾਂ ਬਹੁਤ ਧੁੱਪ ਪਏਗੀ, ਤਾਂ ਉਹ ਫੋਰਕਾਸਟ ਹੈ, ਯਾਨੀ ਕਿ ਅਨੁਮਾਨਿਤ ਤਾਪਮਾਨ ਦੀ ਗੱਲ ਕਰਦੇ ਆ। ਤਾਂ ਹੁਣ ਇਹਦੇ ਵਿੱਚ ਕਹਿੰਦੇ ਆ ਕਿ ਗ੍ਰਾਫ ਦਾ ਅਧਿਐਨ ਕਰੋ ਅਤੇ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ। ਕਿਹੜੇ ਦਿਨ ਅਨੁਮਾਨਿਤ ਤਾਪਮਾਨ ਅਤੇ ਅਸਲ ਤਾਪਮਾਨ, ਅਨੁਮਾਨਿਤ ਤੇ ਅਸਲ ਤਾਪਮਾਨ ਬਰਾਬਰ ਸੀ। ਹੁਣ ਅਨੁਮਾਨਿਤ ਤੇ ਅਸਲ ਤਾਪਮਾਨ ਇੱਕ ਲਾਲ ਰੰਗ ਨਾਲ ਬਣਾਇਆ ਗਿਆ ਅਤੇ ਇੱਕ ਨੀਲੇ ਰੰਗ ਨਾਲ ਬਣਾਇਆ ਗਿਆ। ਇਹ ਕਿਹੜੇ ਬਿੰਦੂ 'ਤੇ ਮਿਲਦੇ ਆ, ਇਕੱਠੇ ਹੁੰਦੇ ਆ? ਇੱਕ ਆਹ ਵਾਲਾ ਬਿੰਦੂ ਆ ਗਿਆ, ਹੋਰ ਇਹ ਕਿੱਥੇ ਇਕੱਠੇ ਹੁੰਦੇ ਆ? ਇੱਕ ਆਹ ਆ ਗਿਆ ਅਤੇ ਇੱਕ ਆਹ ਵਾਲਾ ਬਿੰਦੂ ਆ ਗਿਆ, 3 ਬਿੰਦੂ ਆ ਗਏ ਨਾ ਆਪਣੇ ਕੋਲ। ਤਾਂ ਇਹਦੇ ਵਿੱਚ ਕੀ ਹੈ ਡੇਜ਼ ਥੱਲੇ ਲਿਖ ਲਏ, ਕਿਹੜੇ ਦਿਨ, ਹੁਣ ਦਿਨ ਦੀ ਗੱਲ ਕਰਦੇ ਪਏ ਆ, ਤਾਂ ਤਾਪਮਾਨ ਇਕੱਠਾ ਸੀ। ਇਹਨਾਂ ਨੇ ਇਹ ਨਹੀਂ ਪੁੱਛਿਆ ਕਿੰਨਾ ਡਿਗਰੀ ਸੈਲਸੀਅਸ ਸੀ, ਉਹਨਾਂ ਨੇ ਇਹ ਕਿਹਾ ਕਿ ਕਿਹੜੇ ਦਿਨ, ਤਾਂ ਕੀ ਹੈ ਮੰਗਲਵਾਰ। ਦੂਸਰਾ ਬਿੰਦੂ ਇੱਥੇ ਇਕੱਠਾ ਹੋਇਆ, ਮਤਲਬ ਯਾਨੀ ਕਿ ਦੋਨੋਂ ਰੇਖਾਵਾਂ ਇਸ ਬਿੰਦੂ 'ਤੇ ਇਕੱਠੀਆਂ ਹੋ ਰਹੀਆਂ ਨਾ, ਤਾਂ ਉਸ ਤੋਂ ਸ਼ੁੱਕਰਵਾਰ, ਫਿਰ ਐਤਵਾਰ। ਇਹ 3 ਦਿਨ ਕੀ ਹੈ ਤਾਪਮਾਨ ਇੱਕੋ ਜਿਹਾ ਸੀ। ਅਗਲਾ ਪ੍ਰਸ਼ਨ, ਹਫ਼ਤੇ ਵਿੱਚ ਸਭ ਤੋਂ ਵੱਧ ਅਸਲ ਤਾਪਮਾਨ ਕੀ ਸੀ? ਹੁਣ ਅਸਲ ਤਾਪਮਾਨ ਦੀ ਗੱਲ ਕਰਦੇ ਆ। ਅਸਲ ਤਾਪਮਾਨ ਕੀ ਹੈ ਲਾਲ ਰੰਗ ਦੀ ਰੇਖਾ ਨਾਲ ਦਰਸਾਇਆ ਗਿਆ। ਤਾਂ ਕੀ ਕਹਿੰਦੇ ਆ ਸਭ ਤੋਂ ਵੱਧ, ਹੁਣ ਇਹ ਕੀ ਹੈ ਘੱਟ ਤਾਪਮਾਨ 15 ਡਿਗਰੀ ਸੋਮਵਾਰ,
ਵੱਧ ਯਾਨੀ ਕਿ ਆਪਾਂ ਇਹ ਦੇਖਣਾ ਕਿ ਇਹ ਵੱਧ ਤੋਂ ਕਿਸ ਤੱਕ ਗਿਆ, ਤਾਂ ਇਸ 35 ਡਿਗਰੀ ਸੈਲਸੀਅਸ ਤੱਕ ਗਿਆ। ਅਤੇ ਇਹਨਾਂ ਨੇ ਇਹੀ ਕਿਹਾ ਕਿ ਹਫ਼ਤੇ ਵਿੱਚ ਸਭ ਤੋਂ ਵੱਧ ਅਸਲ ਤਾਪਮਾਨ ਕੀ ਸੀ, ਤਾਂ ਤੁਸੀਂ ਕੀ ਜਵਾਬ ਦੇਣਾ ਹੈ? 35 ਡਿਗਰੀ ਸੈਲਸੀਅਸ। 35 ਡਿਗਰੀ ਸੈਲਸੀਅਸ। ਤੀਸਰਾ ਕੁਐਸਚਨ ਹੈ, ਕਿਹੜੇ ਦਿਨ ਅਸਲ ਤਾਪਮਾਨ ਅਤੇ ਅਨੁਮਾਨਿਤ ਤਾਪਮਾਨ ਦਾ ਅੰਤਰ ਸਭ ਤੋਂ ਵੱਧ ਸੀ? ਕਿਹੜੇ ਦਿਨ? ਹੁਣ ਅਸਲ ਤਾਪਮਾਨ ਆ ਸੀ, ਲਾਲ ਰੰਗ ਨਾਲ ਬਣਾਇਆ ਗਿਆ ਰੇਖੀ ਗ੍ਰਾਫ ਹੈ ਇਹ, ਅਤੇ ਅਨੁਮਾਨਿਤ ਤਾਪਮਾਨ ਦਾ ਅੰਤਰ ਡਿਫਰੈਂਸ ਸਭ ਤੋਂ ਵੱਧ ਸੀ। ਇੱਥੇ ਡਿਫਰੈਂਸ ਇਹਨਾਂ ਦਾ ਘੱਟ ਹੈ, ਇੱਥੇ ਬਿਲਕੁਲ ਇੱਕੋ ਟਾਈਮ 'ਤੇ ਮਤਲਬ ਯਾਨੀ ਕਿ ਸੇਮ ਹੀ ਸੀ ਤਾਪਮਾਨ। ਇੱਥੇ ਵੀ ਡਿਸਟੈਂਸ ਘੱਟ ਹੈ, ਇੱਥੇ ਵੀ ਡਿਸਟੈਂਸ 1 ਇਕਾਈ ਦਾ ਹੈ। ਮੀਨਜ਼ ਆਪਾਂ ਗ੍ਰਾਫ ਦੀ ਗ੍ਰਿਡਸ ਨੂੰ ਦੇਖੀਏ ਤਾਂ ਇੱਕ ਇੱਕ ਯੂਨਿਟ ਨੂੰ ਮੰਨ ਕੇ ਚੱਲੀਏ, ਤਾਂ ਇੱਥੇ ਦੇਖਿਆ ਜਾਵੇ ਤਾਂ ਅੰਤਰ ਬਹੁਤ ਜ਼ਿਆਦਾ ਹੈ, 1 2 3। ਤਾਂ ਇਹਨਾਂ ਨੇ ਇਹ ਕਿਹਾ ਕਿਹੜੇ ਦਿਨ, ਤਾਂ ਆਪਾਂ ਦਿਨ ਦੇਖੀਏ ਕਿਹੜਾ, ਤਾਂ ਤੁਸੀਂ ਜਵਾਬ ਦੇਣਾ ਸ਼ਨੀਵਾਰ। ਅਸਲ ਤਾਪਮਾਨ ਅਤੇ ਅਨੁਮਾਨਿਤ ਤਾਪਮਾਨ ਦਾ ਅੰਤਰ ਬਹੁਤ ਜ਼ਿਆਦਾ ਸੀ। ਠੀਕ ਹੈ, ਯਾਨੀ ਕਿ ਗ੍ਰਾਫ ਨੂੰ ਪੜ੍ਹਨ ਦਾ ਤੁਹਾਨੂੰ ਵੱਲ ਹੋਣਾ ਚਾਹੀਦਾ ਹੈਗਾ, ਤਾਂ ਪ੍ਰਸ਼ਨ ਬਹੁਤ ਸੌਖੇ ਆਉਂਦੇ ਹੈ, ਇਹ ਸਕੋਰਿੰਗ ਵੀ ਹੈ। ਬੱਚੋ ਹੁਣ ਆਪਾਂ ਕੀ 2 ਸਵਾਲ ਕਰਾਂਗੇ। ਇੱਕ ਸਵਾਲ ਬੁੱਕ ਦੇ ਵਿੱਚ ਕੀ ਹੈ ਹੱਲ ਕੀਤਾ ਹੋਇਆ ਹੈਗਾ, ਦੂਸਰਾ ਸਵਾਲ ਮੈਂ ਤੁਹਾਨੂੰ ਗ੍ਰਾਫ ਉੱਪਰ ਬਣਾ ਕੇ ਦੱਸਾਂਗਾ। ਤਾਂ ਕੀ ਹੈ ਕੁਐਸਚਨ ਇਸ ਤਰ੍ਹਾਂ ਦਾ ਹੈ ਕਿ ਹੇਠ ਦਿੱਤੀ ਸਾਰਨੀ ਪੈਟਰੋਲ ਦੀ ਮਾਤਰਾ ਅਤੇ ਉਸ ਦੇ ਮੁੱਲ ਨੂੰ ਦਰਸਾਉਂਦੀ ਹੈ। ਕੀ ਹੈ ਪੈਟਰੋਲ ਦੀ ਮਾਤਰਾ ਹੈ, ਦੂਸਰਾ ਕੀ ਹੈ ਉਸ ਦੀ ਕੀਮਤ ਹੈ। ਤਾਂ ਪਹਿਲਾਂ ਪੈਟਰੋਲ ਲੀਟਰਾਂ ਦੇ ਵਿੱਚ ਹੈ, ਕਹਿੰਦੇ 1 ਲੀਟਰ ਤੇਲ 70 ਰੁਪਈਆਂ ਦਾ ਹੈ। ਦੂਸਰੇ ਧੁਰੇ 'ਤੇ ਆਪਾਂ ਕੀ ਹੈ 70 ਲਿਖਣਾ। ਤਾਂ ਇਹ ਮਤਲਬ ਯਾਨੀ ਕਿ ਇੱਕ ਪਾਸੇ ਪੈਟਰੋਲ ਹੈ, ਦੂਸਰੇ ਪਾਸੇ ਉਹਦੀ ਕੀਮਤ ਹੈ ਨਾ, ਤਾਂ ਇੱਕ ਕੀ ਹੋ ਗਿਆ ਤੁਹਾਡਾ ਐਕਸ ਧੁਰੇ ਉੱਪਰ ਹੋ ਗਿਆ, ਅਤੇ ਦੂਸਰਾ ਮੁੱਲ ਜਿਹੜੇ ਹੈਗੇ ਉਹ ਤੁਸੀਂ ਵਾਈ ਧੁਰੇ ਉੱਪਰ ਲੈ ਕੇ ਚੱਲਣੇ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਐਕਸ ਅਤੇ ਵਾਈ ਧੁਰਾ ਲਵਾਂਗੇ, ਉਸ ਤੋਂ ਬਾਅਦ ਇਹਨਾਂ ਦੋਨਾਂ ਦੇ ਕੰਬੀਨੇਸ਼ਨ ਨਾਲ ਜਿਹੜੇ ਵੀ ਆਪਣੇ ਕੋਲ ਬਿੰਦੂ ਬਣਨਗੇ, ਨਿਰਦੇਸ਼ਾਂਕ ਬਣਨਗੇ, ਉਹਨਾਂ ਨੂੰ ਆਪਾਂ ਦਰਸਾਉਣਾ ਹੈ। ਤਾਂ ਇਹ ਗ੍ਰਾਫ ਆਪਾਂ ਕਿਸ ਤਰ੍ਹਾਂ ਬਣਾਉਣਾ ਹੈ, ਤਾਂ ਇਹ ਗ੍ਰਾਫ ਦੇਖੋ ਕਿਵੇਂ ਬਣਾਇਆ ਹੋਇਆ, ਪਹਿਲਾਂ ਐਕਸ ਧੁਰਾ ਲਿੱਤਾ, ਫਿਰ ਵਾਈ ਧੁਰਾ ਲਿੱਤਾ। ਇੱਧਰ ਕੀ ਹੈ ਕੀਮਤ ਹੈ, ਮਤਲਬ ਲੀਟਰ ਦੀ ਗੱਲ ਕੀਤੀ ਗਈ 20 ਤੱਕ ਜਾ ਰਿਹਾ ਹੈਗਾ, ਤਾਂ ਤੁਸੀਂ ਕੀ ਹੈ ਇਹਦੇ ਵਿੱਚ ਓਰੀਜਨ ਮੂਲ ਬਿੰਦੂ ਤੋਂ ਸ਼ੁਰੂਆਤ ਕਰੋਗੇ। ਤਾਂ ਇਹਦੇ ਵਿੱਚ ਕੀ ਹੈ 1 ਇਕਾਈ ਹੈ, 2 ਇਕਾਈ ਨੂੰ ਇਹਨਾਂ ਨੇ 5 ਮੰਨ ਲਿਆ, 5 10 15 20। ਇਹ ਆਪਾਂ ਜਿੰਨਾ ਮਰਜ਼ੀ ਲੈ ਸਕਦੇ, ਕੋਈ ਫਰਕ ਨਹੀਂ ਪੈਂਦਾ ਗਾ, ਚਾਹੇ ਤੁਸੀਂ ਇੱਕ ਇੱਕ ਯੂਨਿਟ ਨਾਲ ਕਰ ਲਓ, ਪਰ ਉਹਦੇ ਨਾਲ ਗ੍ਰਾਫ ਬਹੁਤ ਹੀ ਭੀੜਾ ਜਿਹਾ ਬਣ ਜਾਣਾ ਸੀਗਾ। ਇਸ ਲਈ ਇਹਨਾਂ ਨੇ ਜਿਵੇਂ ਦੱਸਿਆ, ਪਹਿਲਾਂ ਆਪਾਂ ਇਸ ਤਰੀਕੇ ਨਾਲ ਡਿਸਕਸ ਕਰਦੇ ਹਾਂ। ਫਿਰ ਦੂਸਰਾ ਪ੍ਰਸ਼ਨ ਕੀ ਹੈ ਅਨਸੋਲਵਡ ਹੋਏਗਾ, ਉਹ ਮੈਂ ਗ੍ਰਾਫ ਦੇ ਉੱਪਰ ਬਣਾ ਕੇ ਦੱਸਾਂਗਾ। ਤਾਂ ਦੂਸਰੇ ਧੁਰੇ ਉੱਪਰ ਕੀ ਹੈ ਕੀਮਤ ਦੀ ਗੱਲ ਕੀਤੀ ਗਈ ਹੈ 70 350 700। ਤਾਂ ਵਾਈ ਧੁਰੇ ਦੇ ਉੱਪਰ ਕੀ ਹੈ ਇਹਨਾਂ ਨੇ ਇੱਕ ਯੂਨਿਟ ਨੂੰ 200 ਮੰਨਿਆ, 200 ਦਾ ਅੰਤਰ ਰੱਖਿਆ, 200 400 600 800 1000। ਇੱਧਰ ਆਪਾਂ ਕੀ ਹੈ 2 ਯੂਨਿਟਸ ਨੂੰ ਯਾਨੀ ਕਿ 1 ਯੂਨਿਟ ਆ 2 ਯੂਨਿਟ ਨੂੰ 5 ਲੀਟਰ ਮੰਨ ਕੇ ਚੱਲਿਆ, ਅਤੇ ਫਿਰ ਅਗਲੇ 2 ਯੂਨਿਟ ਨਾਲ ਕੀ ਹੈ 10 ਲੀਟਰ ਤੇਲ ਹੋ ਜਾਏਗਾ। ਐਕਸ ਧੁਰੇ ਉੱਪਰ ਆਪਾਂ ਕੀ ਲਿਖਣਾ ਪੈਟਰੋਲ ਕੀ ਹੈ ਲੀਟਰ ਦੇ ਵਿੱਚ ਆ ਜਾਊਗਾ, ਵਾਈ ਧੁਰੇ ਉੱਪਰ ਕੀ ਹੈ ਉਸ ਦੀ ਕੀਮਤ ਆ ਜਾਏਗੀ। ਤਾਂ ਦੇਖੋ ਪਹਿਲਾਂ 1 ਲੀਟਰ ਤੇਲ ਪਵਾਇਆ ਦਾ ਕਿੰਨਾ ਸੀਗਾ 70 ਰੁਪਏ ਦੇਣੇ ਪਏ, ਤਾਂ 5 ਲੀਟਰ ਹੈ ਨਾ, ਇਹਦੇ ਉੱਪਰ ਕੀ ਆ ਆਪਾਂ 2 ਯੂਨਿਟਸ ਨੂੰ ਆਪਾਂ ਰਿਪਰੈਜ਼ੈਂਟ ਕਰਨਾ ਹੈ। ਤਾਂ ਇਹਦੇ ਵਿੱਚ ਜੇ ਦੇਖਿਆ ਜਾਵੇ ਹੁਣ ਦੇਖੋ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ, ਜਿਵੇਂ ਦੇਖੋ ਇਹਨੂੰ ਰਿਪਰੈਜ਼ੈਂਟ ਕਰਨਾ ਇੱਥੇ ਔਖਾ ਹੈ, ਤਾਂ ਇਸ ਲਈ ਕੀ ਹੈ ਇਹਨਾਂ ਨੇ 5 ਨੂੰ ਮਤਲਬ ਯਾਨੀ ਕਿ ਜਿਹੜਾ 0 ਤੋਂ 5 ਤੱਕ ਹੈ ਉਸ ਨੂੰ 5 ਹਿੱਸਿਆਂ ਵਿੱਚ ਵੰਡ ਲਿਆ। ਤਾਂ ਇੱਕ ਦੀ ਸੇਧ ਦੇ ਵਿੱਚ ਇੱਥੇ 70 ਅੰਦਾਜ਼ੇ ਦੇ ਨਾਲ ਇਹਨਾਂ ਨੇ ਕੀ ਆ ਬਣਾਤਾ। ਉਸ ਤੋਂ ਬਾਅਦ ਵਾਲੇ ਮੁੱਲ ਜਿਹੜੇ ਹੈਗੇ ਆ ਸਹੀ ਤਰੀਕੇ ਨਾਲ ਇਹ ਰਿਪਰੈਜ਼ੈਂਟ ਹੋਣਗੇ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿੰਨਾ ਤੇਲ ਆਪਾਂ ਵੱਧ ਪਾਵਾਂਗੇ ਉਨੀ ਕੀਮਤ ਵੱਧ ਦੇਣੀ ਪਏਗੀ। ਤਾਂ ਇਸ ਤਰ੍ਹਾਂ ਦੇ ਸਵਾਲ ਜਿਹੜੇ ਹੁੰਦੇ ਆ ਉਹ ਇੱਕ ਰੇਖੀ ਗ੍ਰਾਫ ਦੇ ਹੁੰਦੇ ਆ, ਸਿੱਧੀ ਰੇਖਾ ਬਣੇਗੀ। ਜੇ ਆਪਾਂ ਨੂੰ ਕੋਈ ਕੀਮਤ ਦਾ ਨਹੀਂ ਪਤਾ ਲੱਗ ਰਿਹਾ ਨਾ ਇੱਥੇ, ਯਾਨੀ ਕਿ ਆਪਾਂ ਜੱਜਮੈਂਟ ਨਹੀਂ ਕਰ ਸਕਦੇ, ਤਾਂ ਆਪਾਂ ਇਹ ਦੇਖ ਲੈਣਾ ਹੈਗਾ 5 10 15 20 ਤੋਂ ਆਪਣੇ ਕੋਲ ਸਹੀ ਮੁੱਲ ਆਉਣਗੇ। ਜਿਵੇਂ 5 ਲੀਟਰ ਤੇਲ ਦੀ ਕੀਮਤ ਕਿੰਨੀ ਦੇਣੀ ਪਈ ਆਪਾਂ ਨੂੰ 350, 200 ਅਤੇ 400 ਦੇ ਵਿਚਕਾਰ ਕੀ ਹੈ 350। ਮਤਲਬ ਇੱਥੇ ਵੀ ਇਹਨਾਂ ਨੇ ਗਲਤ ਰਿਪਰੈਜ਼ੈਂਟ ਕੀਤਾ, ਪ੍ਰਿੰਟਿੰਗ ਗਲਤ ਹੋਈ ਹੋਏਗੀ। ਤਾਂ ਆਪਣੇ ਕੋਲ ਬਿੰਦੂ ਆ ਗਿਆ, ਇੱਧਰੋਂ 5 ਲੀਟਰ, ਇੱਧਰੋਂ ਕੀ ਹੈ 350। ਤਾਂ ਬਿੰਦੂ ਪਹਿਲਾਂ ਆ ਗਿਆ, ਉਸ ਤੋਂ ਬਾਅਦ 10 ਲੀਟਰ ਤੇਲ 700 ਰੁਪਏ ਦਾ। ਤਾਂ ਇੱਧਰੋਂ 10 ਦੇ ਸੇਧ ਵਿੱਚ ਆਪਾਂ ਦੇਖਾਂਗੇ ਇੱਧਰੋਂ ਕੀ ਹੈ 600 ਅਤੇ 800 ਦੇ ਵਿਚਕਾਰ ਕੀ ਹੈ 700 ਆਏਗਾ। ਤਾਂ ਜਿੱਥੇ ਇਹ ਦੋਨੋਂ ਮਿਲਦੇ ਹੈਗੇ ਹੈ ਉੱਥੇ ਬਿੰਦੂ ਆ ਗਿਆ 1 2 15 ਦਾ 15 ਲੀਟਰ ਤੇਲ ਪਵਾਉਣ ਨਾਲ ਕੀ ਹੈ 1050 ਦੇਣੇ ਪੈਣੇ ਹੈ। ਤਾਂ 1000 ਅਤੇ 1200 ਦੇ ਵਿਚਕਾਰ 1100 ਆ ਗਿਆ, 1100 ਅਤੇ 1000 ਦੇ ਵਿਚਕਾਰ ਮਤਲਬ 1050 ਆ ਗਏ। ਤਾਂ ਉਹਦੀ ਸੇਧ ਵਿੱਚ ਜਿਹੜਾ ਬਿੰਦੂ ਆਏਗਾ
ਉਹ ਆਪਾਂ ਲਗਾ ਲੈਣਾ ਹੈ। ਫਿਰ 20 ਲੀਟਰ ਤੇਲ ਨਾਲ ਕਿੰਨੀ ਕੀਮਤ ਦੇਣੀ ਪਏਗੀ? 1400 ਰੁਪਈਆ। ਉਸ ਤੋਂ ਬਾਅਦ ਸਕੇਲ ਨਾਲ ਤੁਸੀਂ ਇਹਨਾਂ ਨੂੰ ਕੀ ਹੈ ਜੁਆਇਨ ਕਰ ਲੈਣਾ ਹੈ। ਤਾਂ ਇਹ ਵਾਲਾ ਜਿਹੜਾ ਹੈਗਾ ਲਾਈਨ ਇਹ ਮੂਲ ਬਿੰਦੂ ਦੇ ਵਿੱਚੋਂ ਲੰਘੇਗੀ, ਕਿਉਂਕਿ ਜਦ ਤੇਲ ਨਹੀਂ ਪਵਾਉਂਦੇ ਤਾਂ ਕੋਈ ਕੀਮਤ ਨਹੀਂ ਦੇਣੀ ਪੈਣੀ। ਤਾਂ ਇਸ ਤਰ੍ਹਾਂ ਆਪਣਾ ਕੀ ਇਹ ਗ੍ਰਾਫ ਬਣ ਜਾਂਦਾ ਹੈ। ਹੁਣ ਇਹਦੇ ਵਿੱਚ ਕੀ ਕੁਛ ਤੁਸੀਂ ਲਿਖਣਾ ਹੈਗਾ, ਤਾਂ ਸਭ ਤੋਂ ਪਹਿਲਾਂ ਕੀ ਕੀਤਾ ਸੀ ਆਪਾਂ? ਦੋਵੇਂ ਧੁਰਿਆਂ ਦੇ ਸਹੀ ਸਕੇਲ ਚੁਣੋ। ਤਾਂ ਆਪਾਂ ਇੱਕ ਆਹ ਧੁਰਾ ਲਿਖਿਆ ਸੀ x ਧੁਰਾ, ਇੱਕ y ਧੁਰਾ ਸੀ। ਤਾਂ ਇਹਦੀ ਜਿਹੜੀ ਜਜਮੈਂਟ ਆਪਾਂ ਨੂੰ ਆਪ ਨੂੰ ਕਰਨੀ ਪੈਣੀ ਹੈ ਕਿ ਕਿੰਨੇ ਯੂਨਿਟਸ ਨੂੰ ਆਪਾਂ ਮਤਲਬ ਇੱਕ ਯੂਨਿਟ ਦੀ ਕਿੰਨੀ ਇੱਥੇ ਕਿੰਨਾ ਮੁੱਲ ਲਿਖਣਾ ਪਏਗਾ। ਯਾਨੀ ਕਿ ਆਪਾਂ ਇੱਥੇ ਸਕੇਲ ਦੀ ਗੱਲ ਕਰਾਂਗੇ ਵੀ ਇਸ ਨੂੰ ਸਕੇਲ ਹੀ ਬੋਲਦੇ ਆ। ਜਿਵੇਂ 2 ਯੂਨਿਟ 5 ਦੇ ਬਰਾਬਰ ਹੈ, ਤਾਂ ਇਹਦੇ ਵਿੱਚ 1 ਯੂਨਿਟ 200 ਦੇ ਬਰਾਬਰ ਸੀਗਾ। ਕਹਿੰਦੇ ਦੋਵੇਂ ਧੁਰਿਆਂ 'ਤੇ ਸਹੀ ਸਕੇਲ ਚੁਣੋ। ਫਿਰ ਐਕਸ ਧੁਰੇ ਵਿੱਚ ਤੇ ਲੀਟਰ, ਐਕਸ ਧੁਰੇ ਉੱਪਰ ਆਪਾਂ ਲੀਟਰ ਰੱਖੇ ਸੀਗੇ, ਵਾਈ ਧੁਰੇ ਉੱਪਰ ਕੀ ਹੈ ਆਪਾਂ ਪੈਟਰੋਲ ਦੀ ਕੀਮਤ ਲਿਖੀ ਸੀ। ਉਸ ਤੋਂ ਬਾਅਦ ਬਿੰਦੂਆਂ ਨੂੰ ਅੰਕਿਤ ਕੀਤਾ ਸੀ। ਬਿੰਦੂ ਦਿਖਾਉਣ ਤੋਂ ਬਾਅਦ ਹੀ ਆਪਾਂ ਉਹਨਾਂ ਨੂੰ ਆਪਸ ਵਿੱਚ ਮਿਲਾਇਆ ਸੀ। ਤਾਂ ਇੱਥੇ ਆਪਾਂ ਕੀ ਅਖੀਰ 'ਤੇ ਲਿਖਿਆ? ਅਸੀਂ ਦੇਖਦੇ ਹਾਂ ਕਿ ਇਹ ਇੱਕ ਰੇਖੀ ਗ੍ਰਾਫ ਹੈ। ਬਿਲਕੁਲ ਸਹੀ ਹੈ, ਕਿਉਂਕਿ ਜਿਵੇਂ ਜਿਵੇਂ ਤੇਲ ਪਵਾਈ ਗਈ ਕੀਮਤ ਵੱਧਦੀ ਗਈ ਤਾਂ ਸਿੱਧੀ ਰੇਖਾ ਬਣੇਗੀ ਇਹ, ਅਤੇ ਮੂਲ ਬਿੰਦੂ ਵਿੱਚੋਂ ਦੀ ਲੰਘਦੀ ਹੈ, ਕਿਉਂਕਿ 0 ਲੀਟਰ ਪੈਟਰੋਲ 'ਤੇ ਮੁੱਲ 0 ਹੁੰਦਾ ਹੈ। ਮਤਲਬ ਯਾਨੀ ਕਿ ਜੇ ਤੇਲ ਨਹੀਂ ਪਾਵਾਂਗੇ ਤਾਂ 0 ਰੁਪਏ ਕੀਮਤ ਹੈ। ਤਾਂ ਇਹ ਪੁਆਇੰਟਸ ਜਿਹੜੇ ਹੈਗੇ ਆ ਤੁਸੀਂ ਗ੍ਰਾਫ ਬਣਾ ਕੇ ਲਿਖ ਕੇ ਆਉਣੇ ਆ। ਹਾਂਜੀ ਬੱਚੋ, ਮੈਂ ਇੱਥੇ ਇੱਕ ਸਟੇਟਮੈਂਟ ਲਿਖੀ ਹੈ। ਕਹਿੰਦੇ ਸਹੀ ਸਕੇਲ ਲੈ ਕੇ ਗ੍ਰਾਫ ਬਣਾਓ। ਕਾਰ ਦੁਆਰਾ ਤੈਅ ਕੀਤੀ ਗਈ ਦੂਰੀ ਦੱਸੀ ਗਈ ਹੈ। ਇੱਕ ਪਾਸੇ ਦਿੱਤਾ ਹੋਇਆ ਸਮਾਂ ਘੰਟਿਆਂ ਵਿੱਚ ਹੈ, ਯਾਨੀ ਕਿ ਘੰਟੇ ਦਾ ਫਰਕ ਹੈ। 6 ਵਜੇ ਕਿੰਨੀ ਦੂਰੀ ਤੈਅ ਕੀਤੀ ਸੀ? 50 ਕਿਲੋਮੀਟਰ ਦੀ। 7 ਵਜੇ 100 ਕਿਲੋਮੀਟਰ ਦੀ। 8 ਵਜੇ 150 ਦੀ। ਮਤਲਬ ਯਾਨੀ ਕਿ ਵੱਖ-ਵੱਖ ਸਮੇਂ 'ਤੇ ਦੂਰੀ ਨੂੰ ਕੀ ਹੈ ਇਹ ਗ੍ਰਾਫ ਦਰਸਾਉਣਾ ਆਪਾਂ। ਤਾਂ ਇਸ ਨੂੰ ਕਰਨ ਦਾ ਜਿਹੜਾ ਤਰੀਕਾ ਹੈਗਾ ਉਹ ਦੇਖੋ ਕਿਵੇਂ ਹੈ। ਮੈਂ ਤੁਹਾਡੇ ਸਾਹਮਣੇ ਇਹਨੂੰ ਕਰੂੰਗਾ। ਪਹਿਲਾਂ ਦੂਰੀ ਹੈ ਉਹ ਕੀ ਹੈ? 4 ਯੂਨਿਟਸ ਆਪਾਂ ਨੂੰ ਦਿੱਤੇ, 50 ਦਾ ਫਰਕ ਹੈਗਾ। ਤਾਂ ਆਪਾਂ ਐਕਸ ਧੁਰੇ ਦੇ ਵਾਈ ਧੁਰੇ ਨੂੰ ਆਪਾਂ ਬਣਾਵਾਂਗੇ ਇੱਥੇ। ਤਾਂ ਇੱਥੇ ਆਪਾਂ ਪਹਿਲਾਂ 50 ਲਿਖ ਲੈਂਦੇ ਹਾਂ, ਫਿਰ 100, 150, 200 ਕਿਲੋਮੀਟਰ ਦਾ ਕੀ ਹੈ ਵੱਧਦੇ ਹੀ ਜਾਣਗੇ ਜਿਵੇਂ ਜਿਵੇਂ ਆਪਾਂ ਕੀ ਹੈ ਦੂਰੀ ਤੈਅ ਕਰੀ ਜਾਵਾਂਗੇ, ਇਸ ਲਈ ਇੱਥੇ ਐਰੋ ਬਣਾ ਦਿੱਤਾ। ਫਿਰ ਇਹ ਮਤਲਬ ਯਾਨੀ ਕਿ ਜੋ ਡਿਸਟੈਂਸ ਨਹੀਂ ਹੈਗਾ ਸੀਗਾ, ਜੋ ਦੂਰੀ ਕੋਈ ਤੈਅ ਨਹੀਂ ਕੀਤੀ ਤਾਂ ਇੱਥੇ 0 ਲੈ ਕੇ ਚੱਲਣਾ। 0, 50, 100 ਯਾਨੀ ਕਿ 50 ਦਾ ਫਰਕ ਰੱਖਣਾ ਹੈ। ਇੱਥੇ ਇੱਕ ਇਕਾਈ ਬਰਾਬਰ 50 ਕਿਲੋਮੀਟਰ ਨੂੰ ਦਰਸਾਉਂਦਾ। ਇਹ ਇੱਕ ਸਕੇਲ ਹੁੰਦਾ। ਸਹੀ ਸਕੇਲ ਦੀ ਗੱਲ ਕਰਦੇ ਪਏ ਨਾ, ਤਾਂ ਇੱਥੇ ਆਪਾਂ ਸਕੇਲ ਤੋਂ ਭਾਵ ਆਹ ਹੈ ਕਿ ਆਪਾਂ ਇੱਕ ਯੂਨਿਟ ਨੂੰ ਕਿੰਨਾ ਲੈ ਕੇ ਚੱਲਣਾ। ਉਸੇ ਤਰ੍ਹਾਂ ਆਪਣੇ ਕੋਲ ਕੀ ਹੈ ਵਾਈ ਧੁਰੇ ਦੇ ਉੱਪਰ ਕੀ ਹੈ? ਵਾਈ ਧੁਰੇ ਉੱਪਰ ਯਾਨੀ ਕਿ ਆਹ ਦੂਰੀ ਸੀ ਨਾ, ਆ ਵਾਈ ਧੁਰੇ ਉੱਪਰ ਆਪਾਂ ਦੂਰੀ ਬਣਾਈ ਹੈ, ਇੱਥੇ ਲਿਖ ਲੈਣਾ ਤੁਸੀਂ ਦੂਰੀ। ਤਾਂ ਫਿਰ ਸਮਾਂ ਜਿਹੜਾ ਹੈਗਾ ਉਹ ਕੀ ਹੈਗਾ? ਥੱਲੇ ਆਪਣੇ ਕੋਲ ਕੀ ਹੈ ਸਮੇਂ ਦੀ ਆਪਾਂ ਲਾਈਨ ਬਣਾਵਾਂਗੇ। ਤਾਂ ਹੁਣ ਦੇਖੋ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇਹਨਾਂ ਦੇ ਵਿੱਚ ਕਿੰਕ ਦਾ ਸਾਈਨ ਪੈਂਦਾ। ਆ ਦੇਖੋ, ਜੇ ਆਪਾਂ ਮੂਲ ਬਿੰਦੂ ਤੋਂ ਸ਼ੁਰੂਆਤ ਕਰੀਏ ਤਾਂ ਇੱਕ ਯੂਨਿਟ ਵੱਧਦੇ ਜਾਂਦੇ ਆ। ਤਾਂ ਜੇਕਰ ਆਪਾਂ ਅਚਾਨਕ ਕੀ ਹੈ 0 ਤੋਂ 30 ਤੱਕ ਆਉਣਾ ਹੈਗਾ ਤਾਂ ਇੱਥੇ ਕਿੰਕ ਦਾ ਨਿਸ਼ਾਨ ਬਣਾਉਣਾ ਪਏਗਾ। ਪਰ ਇੱਥੇ ਹੁਣ ਸਮੇਂ ਦੀ ਗੱਲ ਜੇ ਆਪਾਂ ਕਰੀਏ ਤਾਂ ਆਪਾਂ ਜੇ ਇਹਦੇ ਕਿੰਕ ਦਾ ਨਿਸ਼ਾਨ ਬਣਾਉਂਦੇ ਆ ਤਾਂ ਉਸ ਤੋਂ ਪਹਿਲਾਂ ਕੋਈ ਸਮਾਂ ਨਹੀਂ ਹੈਗਾ ਗਾ, ਤਾਂ ਆਪਾਂ ਇਹਨੂੰ ਕਿੰਕ ਦੇ ਨਿਸ਼ਾਨ ਨਾਲ ਵੀ ਇਹਨੂੰ ਹੱਲ ਕਰ ਸਕਦੇ ਹਾਂ। ਅਤੇ ਇਹਨੂੰ ਆਪਾਂ ਇੱਕ ਹੋਰ ਤਰੀਕੇ ਨਾਲ ਕਰ ਸਕਦੇ ਹਾਂ ਵੀ ਤੁਸੀਂ ਇੱਥੇ 0 ਵਾਲੀ ਜਗ੍ਹਾ 'ਤੇ ਹੀ 6 AM ਲਿਖ ਲਓ। ਅਤੇ ਉਸ ਤੋਂ ਬਾਅਦ ਕਿਉਂਕਿ ਸਮਾਂ ਤਾਂ ਨਿਸ਼ਚਿਤ ਹੈ ਹੀ ਨਹੀਂ ਗਾ, ਕਿੰਕ ਦਾ ਨਿਸ਼ਾਨ ਵੀ ਬਣਾ ਸਕਦੇ ਹੋ। ਅਤੇ ਜੇ ਇਸ ਤਰ੍ਹਾਂ ਕਰ ਲਓਗੇ ਤਾਂ ਇਹ ਵੀ ਗਲਤ ਨਹੀਂ ਹੈ। ਫਿਰ ਅਗਲੇ ਯੂਨਿਟ 'ਤੇ ਕੀ ਹੈ 7 AM ਹੈ, ਉਸ ਤੋਂ ਬਾਅਦ 8 AM, 9 AM। ਤਾਂ ਇਸ ਨੂੰ ਹੁਣ ਦੇਖੋ ਕਿਵੇਂ ਕਰਨਾ ਹੈਗਾ ਹੱਲ, ਕਿ 6 ਵਜੇ ਕਿੰਨੀ ਦੂਰੀ ਤੈਅ ਕਰ ਲਈ ਸੀ ਉਹਨੇ? 6 ਵਜੇ 50 ਕਿਲੋਮੀਟਰ ਦੂਰੀ ਤੈਅ ਕਰ ਲਈ ਸੀ। 7 ਵਜੇ ਕਿੰਨੀ ਦੂਰੀ ਤੈਅ ਕੀਤੀ? 100 ਕਿਲੋਮੀਟਰ ਦੀ। ਤਾਂ ਇਹਦੇ ਸਿਰ 'ਤੇ ਆਹ ਵਾਲਾ ਬਿੰਦੂ ਆ ਗਿਆ। 8 ਵਜੇ 150 ਕਿਲੋਮੀਟਰ, ਅਤੇ 9 ਵਜੇ ਕਿੰਨੀ ਦੂਰੀ ਤੈਅ ਕੀਤੀ? 200 ਕਿਲੋਮੀਟਰ ਦੀ। ਇਹ ਆਪਾਂ ਬਿੰਦੂਆਂ ਨੂੰ ਕੀ ਹੈ ਇਸ ਗ੍ਰਾਫ ਦੇ ਉੱਪਰ ਅੰਕਿਤ ਕਰਦਾ। ਹੁਣ ਇਸ ਪ੍ਰਸ਼ਨਾਂ ਵਿੱਚ ਕੀ ਕਹਿੰਦੇ ਆ ਕਿ ਇਹ ਇੱਕ ਰੇਖੀ ਗ੍ਰਾਫ ਹੈ। ਤਾਂ ਜਿਹੜੇ ਬਿੰਦੂ ਆਪਾਂ ਬਣਾਏ ਹੈ
ਇਹ ਬਿੰਦੂ ਨੂੰ ਆਪਾਂ ਜੇ ਜੁਆਇਨ ਕਰਦੇ ਹਾਂ ਤਾਂ ਦੇਖੀਏ ਕਿ ਇਹ ਸਾਰੇ ਬਿੰਦੂ ਇੱਕੋ ਸਿੱਧੀ ਰੇਖਾ 'ਤੇ ਆਉਂਦੇ ਹੈ, ਬਿਲਕੁਲ ਆਉਂਦੇ ਆ। ਤਾਂ ਤੁਸੀਂ ਏ ਦਾ ਜਵਾਬ ਦੇ ਦੇਣਾ ਹਾਂ ਕਿ ਇਹ ਇੱਕ ਰੇਖੀ ਗ੍ਰਾਫ ਹੈ। ਬੀ ਆਪਸ਼ਨ ਕਹਿੰਦੇ ਕੀ ਗ੍ਰਾਫ ਮੂਲ ਬਿੰਦੂ ਵਿੱਚੋਂ ਦੀ ਲੰਘਦਾ। ਹੁਣ ਮੂਲ ਬਿੰਦੂ ਆ ਹੋ ਗਿਆ, ਜੇਕਰ ਕੀ ਹੈ ਆਪਾਂ 6 ਇੱਥੇ ਲੈ ਕੇ ਚੱਲਦੇ ਤਾਂ ਮੈਂ ਤੁਹਾਨੂੰ ਇੱਥੇ ਸਾਈਡ 'ਤੇ ਦੱਸਦਾ ਪਿਆ ਕਿ ਮੰਨ ਲਓ ਜੇ ਆਪਾਂ ਇੱਥੇ 6 AM ਲੈ ਕੇ ਚੱਲਦੇ, ਇੱਥੇ 50 ਕਿਲੋਮੀਟਰ ਹੁੰਦਾ ਤਾਂ ਬਿੰਦੂ ਇਸ ਤਰ੍ਹਾਂ ਆ ਜਾਣਾ ਸੀ। 7 AM 'ਤੇ 100 ਕਿਲੋਮੀਟਰ ਬਿੰਦੂ ਇਸ ਤਰ੍ਹਾਂ ਆ ਜਾਣਾ ਸੀ। ਫਿਰ ਇਹ ਕੀ ਹੈ ਮੂਲ ਬਿੰਦੂ ਵਿੱਚੋਂ ਲੰਘਣਾ ਸੀ। ਪਰ ਕਦੇ ਵੀ ਕੀ ਹੈ ਇਹ ਨਹੀਂਗਾ ਕਿ ਸਮਾਂ ਕਿਸੇ ਬਿੰਦੂ ਤੋਂ ਸ਼ੁਰੂ ਹੁੰਦਾ ਹੈ। ਅਸਲ ਦੇ ਵਿੱਚ ਕੀ ਹੈ, ਜੇ ਮੰਨ ਲਓ 6 ਤੋਂ ਪਹਿਲਾਂ 5 AM ਦੀ ਗੱਲ ਕਰੀਏ ਜਾਂ 4 AM ਦੀ ਗੱਲ ਕਰੀਏ, ਆਪਾਂ ਨੂੰ ਕੀ ਪਤਾ। ਫਿਰ ਜੇਕਰ ਇਹਨੂੰ ਆਪਾਂ ਕਿੰਕ ਨਾਲ ਦਿਖਾਉਂਦੇ ਹਾਂ, ਇਹਦੇ ਵਿੱਚ ਪਹਿਲਾਂ ਆਪਾਂ ਜਵਾਬ ਦਈਏ ਕਿ ਇਹ ਮੂਲ ਬਿੰਦੂ ਦੀ ਵਿੱਚੋਂ ਦੀ ਲੰਘਦਾ ਹੈ। ਤੁਸੀਂ ਜਵਾਬ ਦੇਣਾ ਹੈਗਾ ਨਹੀਂ। ਤਾਂ ਆਹ ਗ੍ਰਾਫ ਜਿਹੜਾ ਬਣਾਇਆ ਆਪਾਂ ਇਹ ਬਿਲਕੁਲ ਸਹੀ ਹੈ। ਐਕਸ-ਰੇ ਦੇ ਉੱਪਰ ਕੀ ਹੈਗਾ ਸਮਾਂ ਘੰਟਿਆਂ ਵਿੱਚ। ਜੇ ਇੱਥੇ ਲਿਖਿਆ ਹੁੰਦਾ ਨਾ ਕਿ ਪਹਿਲਾ ਘੰਟਾ 0 ਤੋਂ 1, ਫਿਰ ਆਪਾਂ ਇੱਥੇ 1 ਲਿਖਣਾ ਸੀ। ਦੂਸਰਾ ਘੰਟਾ ਫਿਰ ਆਪਾਂ ਇੱਥੇ 2 ਲਿਖਣਾ ਸੀ। ਪਰ ਇੱਥੇ AM ਲਿਖਿਆ ਹੋਇਆ ਤਾਂ ਕਰਕੇ ਆਪਾਂ ਇਸ ਨੂੰ ਆਪਾਂ ਵਾਈ ਧੁਰੇ ਦੇ ਲਈ ਕੀ ਹੈ 0 ਮੰਨਾਂਗੇ ਤਾਂ ਐਕਸ ਧੁਰੇ ਲਈ ਇੱਥੇ 6 AM ਮੰਨਾਂਗੇ। ਤਾਂ ਜੇਕਰ ਕੀ ਹੈ ਇਸ ਚੀਜ਼ ਦੀ ਕਨਫਿਊਜ਼ਨ ਹੈ ਤਾਂ ਮੈਂ ਇਸ ਕੁਐਸਚਨ ਨੂੰ ਇੱਕ ਹੋਰ ਤਰੀਕੇ ਨਾਲ ਕੀ ਹੈ ਇੱਥੇ ਮੈਂ ਬਣਾ ਰਿਹਾ ਰਿਪਰੈਜ਼ੈਂਟ ਕਰਦਾ। ਦੇਖੋ ਗ੍ਰਾਫ ਕਿਵੇਂ ਬਣਾਉਣਾ ਹੈਗਾ। ਜਿਹੜੀ ਗੂੜੀ ਹਰੀ ਲਾਈਨ ਹੁੰਦੀ ਨਾ ਉਹਦੇ ਉੱਪਰ ਹੀ ਆਪਾਂ ਇੱਕ ਲਾਈਨ ਬਣਾਉਣੀ ਹੈ। ਤਾਂ ਜੇ ਇੱਥੇ ਆਪਾਂ ਕਿੰਕ ਦਾ ਨਿਸ਼ਾਨ ਬਣਾਉਂਦੇ ਆ ਤਾਂ ਫਿਰ 6 AM ਜੇ ਤੁਸੀਂ ਇੱਥੋਂ ਲੈ ਕੇ ਚੱਲੋਗੇ, ਮੈਂ ਇੱਥੇ ਪਹਿਲਾਂ ਵਾਈ ਧੁਰੇ ਦੇ ਦੂਰੀ ਲਿਖ ਲੈਣਾ। ਇਹ ਦੂਰੀ ਕੀ ਹੈ ਕਿਲੋਮੀਟਰ ਦੇ ਵਿੱਚ ਹੈ। ਤੇ ਇੱਧਰਲੇ ਪਾਸੇ ਆਪਾਂ ਐਕਸ ਧੁਰੇ 'ਤੇ ਸਮਾਂ ਲਿਖ ਦਿੰਦੇ ਹਾਂ। ਇਹ ਵਾਈ ਧੁਰਾ, ਇਹ ਐਕਸ ਧੁਰਾ ਸਮਾਂ। ਹੁਣ ਦੇਖੋ ਜੇਕਰ ਮੈਂ ਇੱਥੋਂ ਸ਼ੁਰੂਆਤ ਕਰਾਂ ਤਾਂ ਬਿੰਦੂ ਆਪਣੇ ਕੋਲ ਇੱਕ ਇੱਥੇ ਆ ਜਾਏਗਾ ਪਹਿਲਾਂ, ਫਿਰ ਅਗਲਾ ਬਿੰਦੂ ਇੱਥੇ ਆ ਜਾਏਗਾ, ਫਿਰ ਅਗਲਾ ਬਿੰਦੂ ਇੱਥੇ ਆ ਜਾਏਗਾ। ਤਾਂ ਜਦੋਂ ਤੁਸੀਂ ਇਹਨੂੰ ਜੁਆਇਨ ਕਰੋਗੇ ਤਾਂ ਇਹ ਬਿੰਦੂਆਂ ਨੂੰ ਜੁਆਇਨ ਕਰਨ 'ਤੇ ਮੂਲ ਬਿੰਦੂ ਵਿੱਚੋਂ ਲੰਘੇਗੀ। ਪਰ ਇਹ ਸਹੀ ਤਰੀਕਾ ਨਹੀਂ ਹੈ। ਤੁਸੀਂ ਕੀ ਕਰਨਾ ਹੈਗਾ ਵੀ ਜ਼ਰੂਰੀ ਨਹੀਂ, ਉਹ ਤਾਂ ਆਪਾਂ ਇੱਥੋਂ ਮੰਨ ਕੇ ਚੱਲਦੇ ਪਏ ਹਾਂ। ਤਾਂ ਇਸ ਲਈ ਕੀ ਹੈ ਤੁਸੀਂ ਕਿੰਕ ਦਾ ਨਿਸ਼ਾਨ ਬਣਾਇਆ, ਤੁਸੀਂ ਇੱਥੋਂ ਵੀ ਲਿਖ ਸਕਦੇ ਹੋ। ਤੁਸੀਂ ਇਹਨੂੰ 6 AM ਮੰਨ ਲਓ, ਇੱਧਰ 7 AM ਹੋ ਗਿਆ, ਇੱਧਰ 8 ਅਤੇ ਇੱਧਰ ਕੀ ਹੋ ਗਿਆ 9 AM ਹੋ ਗਿਆ। ਤਾਂ ਹੁਣ ਦੇਖੋ 6 AM 'ਤੇ 50 ਕਿਲੋਮੀਟਰ ਦੂਰੀ ਤੈਅ ਕੀਤੀ ਸੀ ਤਾਂ ਇੱਧਰੋਂ 6 AM ਇੱਧਰੋਂ ਕੀ ਹੋ ਗਿਆ 50 AM। ਤਾਂ ਬਿੰਦੂ ਆਹ ਆ ਗਿਆ ਆਪਣੇ ਕੋਲ। ਫਿਰ 7 AM 'ਤੇ ਕਿੰਨੀ ਦੂਰੀ ਤੈਅ ਕੀਤੀ 100 ਕਿਲੋਮੀਟਰ, 8 AM 'ਤੇ 150 ਕਿਲੋਮੀਟਰ, 9 AM 'ਤੇ 200 ਕਿਲੋਮੀਟਰ ਦੂਰੀ ਤੈਅ ਕੀਤੀ। ਫਿਰ ਆਪਾਂ ਉਹੀ ਗੱਲ ਕਹਿੰਦੇ ਕਿ ਇਹ ਇੱਕ ਰੇਖੀ ਗ੍ਰਾਫ ਹੈ। ਤਾਂ ਆਪਾਂ ਜਿਹੜੀਆਂ ਦੂਰੀਆਂ ਹੈਗੀਆਂ ਜਿਹੜੀਆਂ ਕਵਰ ਕੀਤੀਆਂ ਆਪਾਂ ਉਹਨਾਂ ਨੂੰ ਜੇ ਜੁਆਇਨ ਕਰਦੇ ਹਾਂ ਤਾਂ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਹਾਂ ਇਹ ਇੱਕ ਰੇਖੀ ਗ੍ਰਾਫ ਹੈ। ਤਾਂ ਇੱਥੇ ਮੈਂ ਜਿਹੜਾ ਆਹ ਵੱਧਵਾਂ ਹਿੱਸਾ ਬਣਾਇਆ ਇਹ ਆਪਾਂ ਕੀ ਹੈ ਨਹੀਂ ਬਣਾਉਣਾ ਇਹਦੇ ਵਿੱਚ। ਤਾਂ ਇੱਥੇ ਹੁਣ ਜੇ ਦੇਖਿਆ ਜਾਵੇ ਤਾਂ ਜੇ ਇਹਨੂੰ ਆਪਾਂ ਵਧਾਉਂਦੇ ਹਾਂ ਅਗਾਂਹ ਤੱਕ ਤਾਂ ਮੂਲ ਬਿੰਦੂ ਤਾਂ ਆਹ ਵਾਲਾ ਹੋ ਗਿਆ ਫਿਰ ਕਿ ਇਹ ਮੂਲ ਬਿੰਦੂ ਵਿੱਚੋਂ ਲੰਘ ਰਿਹਾ ਹੈ। ਫਿਰ ਵੀ ਇਹਦਾ ਜਵਾਬ ਹੈਗਾ ਨਹੀਂ। ਤਾਂ ਇਸ ਲਈ ਜਦੋਂ ਇਸ ਤਰ੍ਹਾਂ ਦਾ ਸਵਾਲ ਆ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਲਓਗੇ ਤਾਂ ਵੀ ਠੀਕ ਹੈ, ਕੋਈ ਗਲਤ ਨਹੀਂ ਕਰੇਗਾ। ਅਤੇ ਜੇ ਤੁਸੀਂ ਇਸ ਤਰ੍ਹਾਂ ਬਣਾਓਗੇ ਤਾਂ ਵੀ ਇਹ ਸਹੀ ਹੈ। ਇਹ ਮੂਲ ਬਿੰਦੂ ਵਾਲਾ ਸਵਾਲ ਨਹੀਂ ਹੈ। ਤਾਂ ਦੋਨੋਂ ਹੀ ਤਰੀਕੇ ਨਾਲ ਤੁਸੀਂ ਇਹ ਸਵਾਲ ਕਰ ਸਕਦੇ ਹੋ। ਜੇ ਤੁਹਾਡੇ ਮਾਈਂਡ ਵਿੱਚ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਦੱਸ ਦਿਓ, ਤੁਹਾਡੇ ਮੈਂ ਡਾਊਟਸ ਕੀ ਹੈ ਕਲੀਅਰ ਕਰ ਦਿਆਂਗਾ। ਤਾਂ ਇਸ ਤੋਂ ਬਾਅਦ ਬੱਚੋ ਆਪਾਂ MCQs ਕਰਾਂਗੇ। ਇੱਕ ਆਪਣਾ ਚੈਪਟਰ 4th ਜਿਹੜਾ ਡਾਟਾ ਹੈਂਡਲਿੰਗ ਹੈ ਉਹਦੇ MCQs ਰਹਿੰਦੇ ਹੈ। ਇੱਕ ਚੈਪਟਰ ਆਪਾਂ ਜਿਹੜਾ ਹੁਣੇ ਕੀਤਾ ਇਸ ਦਾ ਆਪਾਂ ਇਸ ਦੇ MCQs ਕਰਾਂਗੇ। ਤਾਂ ਆਓ ਆਪਾਂ ਅੱਗੋਂ MCQs ਵੱਲ ਧਿਆਨ ਦਈਏ। ਹਾਂਜੀ ਬੱਚੋ ਪਹਿਲਾਂ ਆਪਾਂ ਇਸੇ ਚੈਪਟਰ ਦੇ ਹੀ MCQs ਕਰਾਂਗੇ। ਤਾਂ ਪਹਿਲਾ MCQ ਹੈਗਾ ਕਹਿੰਦੇ ਮੂਲ ਬਿੰਦੂ ਦੇ ਨਿਰਦੇਸ਼ਾਂਕ ਕੀ ਹੁੰਦੇ ਹੈ। ਤਾਂ ਮੂਲ ਬਿੰਦੂ ਆਪਾਂ ਕੀਤਾ ਸੀਗਾ ਜਿੱਥੇ x ਦਾ ਮੁੱਲ ਅਤੇ y ਦਾ ਮੁੱਲ ਕੀ ਹੋਵੇ 0 0। ਤਾਂ ਮੂਲ ਬਿੰਦੂ ਕਿਹੜਾ ਹੁੰਦਾ ਹੈ ਇਸ ਗ੍ਰਾਫ ਦੀ ਜੇ ਆਪਾਂ ਗੱਲ ਕਰੀਏ ਤਾਂ ਆਹ ਵਾਲਾ ਬਿੰਦੂ ਮੂਲ ਬਿੰਦੂ ਹੈ ਜਿੱਥੇ x ਧੁਰਾ ਅਤੇ y ਧੁਰਾ ਕੀ ਹੈ ਮਿਲਦਾ। ਤਾਂ ਇਸ ਦਾ ਆਪਸ਼ਨ ਕੀ ਹੈਗਾ C ਆਪਸ਼ਨ।
ਕਹਿੰਦੇ ਬਿੰਦੂ 1 0 ਸਥਿਤ ਹੈ। ਇਹ ਕਿੱਥੇ ਸਥਿਤ ਹੈ? ਹੁਣ ਦੇਖੋ ਤੁਸੀਂ ਇਹ ਨਹੀਂਗਾ ਕਿ ਆਪਸ਼ਨਸ ਨੂੰ ਦੇਖ ਕੇ ਨਾਲ ਜਵਾਬ ਦੇਣ ਲੱਗ ਜਾਣਾ, ਤੁਸੀਂ ਕੁਐਸਚਨ 'ਤੇ ਆਓ। ਤਾਂ ਦੇਖੋ ਇਹਨਾਂ ਨੇ ਕੀ ਕਿਹਾ, 1 ਤੇ 0, ਜਿਵੇਂ ਇੱਥੇ ਮੈਂ ਕਿਹਾ ਸੀਗਾ 0 ਤੇ 2, 1 ਤੇ 0 ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਗਈ, ਪਹਿਲਾਂ ਇੱਥੇ 1 ਹੈ, ਫਿਰ ਕੀ ਹੈ 0 ਹੈ, y ਦਾ ਮੁੱਲ 0 ਹੈ। ਜਿੱਥੇ y ਦਾ ਮੁੱਲ 0 ਹੈ ਤਾਂ ਮਤਲਬ ਉਹ ਕਿਹੜੇ ਧੁਰੇ ਦੇ ਉੱਪਰ ਹੈਗਾ? ਉਹ x ਧੁਰੇ ਉੱਪਰ ਹੈ। ਜੇ ਇਹਨੂੰ ਰਿਪਰੈਜ਼ੈਂਟ ਕਰਨਾ ਹੋਵੇ 1 0 ਤਾਂ ਉਹ ਬਿੰਦੂ ਆਹ ਵਾਲਾ ਹੋਏਗਾ 1 ਤੇ 0। ਜੇ 0 1 ਹੁੰਦਾ ਫਿਰ ਆਪਾਂ ਇੱਥੇ ਲਿਖਣਾ ਸੀ, ਇਹ ਵਾਲਾ ਬਿੰਦੂ ਕੀ ਹੈ, ਇੱਥੇ x ਦਾ ਮੁੱਲ 0 ਹੈ, y ਦਾ ਮੁੱਲ ਕੀ ਹੈਗਾ 1। ਤਾਂ ਹੁਣ ਇੱਥੇ ਇਹਨਾਂ ਨੇ 1 0 ਕਿਹਾ ਤਾਂ ਉਹ ਕਿਹੜੇ ਧੁਰੇ ਉੱਪਰ ਹੈ? x ਧੁਰੇ ਦੇ ਉੱਪਰ ਬਿੰਦੂ ਆ ਰਿਹਾ, ਤਾਂ ਇਹਦਾ ਆਪਸ਼ਨ ਕੀ ਆਏਗਾ? x ਧੁਰੇ 'ਤੇ। ਅਗਲਾ ਹੈਗਾ ਬਿੰਦੂ 2 7 ਦਾ ਭੁਜ ਕੀ ਹੈ? ਤਾਂ ਤੁਹਾਨੂੰ ਮੈਂ ਦੱਸਿਆ ਸੀ ਬੱਚੋ ਕਿ ਭੁਜ x ਦੇ ਮੁੱਲ ਜਿਹੜਾ ਹੁੰਦਾ ਉਹ ਕੀ ਹੁੰਦਾ ਹੈ? ਭੁਜ ਹੁੰਦਾ ਹੈ। ਇੰਗਲਿਸ਼ ਵਿੱਚ ਇਸ ਨੂੰ ਕੀ ਬੋਲਦੇ ਹੈਗੇ ਆ? ਅਬਸਿੱਸਾ। ਤਾਂ x ਦੀ ਗੱਲ ਕਰਦੇ ਪਏ ਹੈ ਇਸ ਕੁਐਸਚਨ ਦੇ ਵਿੱਚ। 2 ਤੇ 7 ਦਾ ਭੁਜ ਕਹਿ ਰਹੇ ਆ, ਭੁਜ ਮਤਲਬ ਯਾਨੀ ਕਿ 2 ਹੈ, ਤਾਂ ਇਹਦਾ ਬੀ ਆਪਸ਼ਨ ਹੈ। ਅਗਲਾ ਕੁਐਸਚਨ, ਬਿੰਦੂ 2 7 ਦਾ ਕੋਟੀ ਕੀ ਹੈ? ਉਹ ਆਏਗਾ 7। ਫਿਰ ਉਸ ਬਿੰਦੂ ਦੇ ਨਿਰਦੇਸ਼ਾਂਕ ਕੀ ਹਨ ਜਿਸ ਦਾ ਭੁਜ ਕੀ ਹੈ 3 ਹੈ ਤੇ ਕੋਟੀ ਕਿੰਨੀ ਹੈ? -7 ਹੈ। ਤਾਂ ਇਹ ਆਪਣੇ ਕੋਲ ਇੱਕ ਨਿਰਦੇਸ਼ਾਂਕ ਬਣ ਗਿਆ 3 ਤੇ -7, ਸੀ ਆਪਸ਼ਨ। ਅਗਲਾ ਕੁਐਸਚਨ, ਉਸ ਬਿੰਦੂ ਦੇ ਨਿਰਦੇਸ਼ਾਂਕ ਕੀ ਹਨ ਜਿਸ ਦਾ x ਨਿਰਦੇਸ਼ਾਂਕ 0 ਹੈ ਤੇ y ਨਿਰਦੇਸ਼ਾਂਕ 5 ਹੈ। x ਦਾ ਨਿਰਦੇਸ਼ਾਂਕ 0 ਹੈ ਤੇ y ਦਾ ਨਿਰਦੇਸ਼ਾਂਕ 5 ਹੈ। ਤਾਂ ਇਹਨਾਂ ਨੇ ਨਿਰਦੇਸ਼ਾਂਕ ਕਹੇ ਸੀ ਉਹ 0 ਤੇ 5 ਹੈ, ਤਾਂ 0 5 ਇਹ ਆਪਸ਼ਨ ਆ ਗਿਆ ਆਪਣੇ ਕੋਲ। ਇਸ ਤੋਂ ਬਾਅਦ ਅਗਲਾ, ਕਿਹੜਾ ਬਿੰਦੂ x ਧੁਰੇ 'ਤੇ ਸਥਿਤ ਹੈ? ਤਾਂ x ਧੁਰੇ ਉੱਪਰ ਜਿਹੜਾ ਬਿੰਦੂ ਸਥਿਤ ਹੁੰਦਾ ਉੱਥੇ x ਦਾ ਮੁੱਲ ਹੁੰਦਾ, y ਦਾ ਮੁੱਲ ਕੀ ਹੁੰਦਾ 0। ਤਾਂ ਦੇਖੋ ਇੱਥੇ y ਦਾ ਮੁੱਲ 0 ਨਹੀਂ ਹੈਗਾ, ਇੱਥੇ ਵੀ ਹੈ ਨਹੀਂ, ਇੱਥੇ ਵੀ ਹੈ ਨਹੀਂ, ਇੱਥੇ ਹੈਗਾ y ਦਾ ਮੁੱਲ 0, ਤਾਂ ਡੀ ਆਪਸ਼ਨ ਹੈ। ਠੀਕ ਹੈ। ਹਾਂਜੀ ਬੱਚਿਓ, ਅਗਲਾ ਪ੍ਰਸ਼ਨ ਕਹਿੰਦੇ ਕਿਹੜਾ ਬਿੰਦੂ y ਧੁਰੇ 'ਤੇ ਸਥਿਤ ਹੈ? ਤਾਂ y ਧੁਰੇ ਉੱਪਰ x ਦਾ ਮੁੱਲ 0 ਹੁੰਦਾ, y ਦਾ ਮੁੱਲ ਹੀ ਹੁੰਦਾ, ਯਾਨੀ ਕਿ ਆਪਾਂ ਪਹਿਲਾ ਮੁੱਲ 0 ਦੇਖਣਾ। ਇੱਥੇ 0 ਹੈਗਾ ਨਹੀਂ, ਇੱਥੇ ਹੈਗਾ ਨਹੀਂ, ਇੱਥੇ ਹੈਗਾ 0, ਬਿਲਕੁਲ ਸਹੀ ਹੈ। ਹੁਣ ਇਹ ਨਹੀਂਗਾ ਕਿ ਇੱਥੇ ਤੁਸੀਂ ਆਹ x ਦੇਖ ਲਿਆ ਤਾਂ ਇਹ ਇਹਦਾ ਮਤਲਬ ਮੁੱਲ ਨਹੀਂ ਹੈਗਾ। ਅਸਲ ਦੇ ਵਿੱਚ y ਧੁਰੇ ਉੱਪਰ ਬਿੰਦੂ ਦੀ ਗੱਲ ਕਰਦੇ ਆ, ਉੱਥੇ x ਦਾ ਮੁੱਲ 0 ਹੋਣਾ ਚਾਹੀਦਾ। ਤਾਂ ਇੱਥੇ 0 ਹੈ, ਇੱਥੇ ਕੁਛ ਮਰਜ਼ੀ ਹੋ ਸਕਦਾ, ਇੱਥੇ 2 3 5, ਤਾਂ ਕਰਕੇ ਇਹਨਾਂ ਨੇ ਵੈਸੇ ਹੀ x ਲਿਖ ਲਿਆ, ਤਾਂ ਸੀ ਆਪਸ਼ਨ ਤਾਂ ਸਹੀ ਹੈ। ਬਿੰਦੂ 2 4 ਕਿੱਥੇ ਸਥਿਤ ਹੈ? ਤਾਂ 2 4 ਨੂੰ ਆਪਾਂ ਰਿਪਰੈਜ਼ੈਂਟ ਕਰਨਾ ਹੈਗਾ, ਤਾਂ 2 ਤੇ 4, x ਦਾ ਮੁੱਲ 2 ਤੇ y ਦਾ ਮੁੱਲ 4, ਤਾਂ ਬਿੰਦੂ ਇੱਥੇ ਆਏਗਾ। ਇੱਥੋਂ ਇਹ ਕਲੀਅਰ ਨਹੀਂ ਹੋ ਰਹੀ ਗੱਲ, ਇੱਧਰੋਂ ਦੇਖੋ, x ਦਾ ਮੁੱਲ 2 ਹੈ ਤਾਂ y ਦਾ ਮੁੱਲ 4, ਤਾਂ ਬਿੰਦੂ ਕੀ ਆਏਗਾ? ਇਸ ਪੁਆਇੰਟ 'ਤੇ ਆਏਗਾ। ਤਾਂ ਇਹ x ਧੁਰੇ ਉੱਪਰ ਹੈਗਾ ਨਹੀਂ, ਇਹ y ਧੁਰੇ ਉੱਪਰ ਹੈਗਾ ਨਹੀਂ। ਤਾਂ ਇੱਥੇ ਇਹ ਕੀ ਕਹਿ ਰਿਹਾ, ਆਪਸ਼ਨਸ ਕੀ ਦਿੱਤੇ ਆਪਾਂ ਨੂੰ ਇਹਨਾਂ ਨੇ? ਕਹਿੰਦੇ x ਧੁਰਾ, ਇਹ ਵੀ ਗਲਤ ਹੈ, y ਧੁਰਾ, ਉਹ ਵੀ ਗਲਤ ਹੈ, ਮੂਲ ਬਿੰਦੂ, ਇਹ ਵੀ ਨਹੀਂ ਹੈਗਾ, ਤੇ ਇਹਨਾਂ ਵਿੱਚੋਂ ਕੋਈ ਨਹੀਂ ਆਪਸ਼ਨ ਕੀ ਹੈ ਉਹ ਸਹੀ ਹੈ। ਅਗਲਾ ਸਵਾਲ, ਕਿਹੜਾ ਬਿੰਦੂ ਨਾ x ਧੁਰੇ ਉੱਪਰ ਹੈਗਾ ਅਤੇ ਨਾ ਹੀ y ਧੁਰੇ ਉੱਪਰ ਹੈਗਾ? ਆਪਾਂ ਇਹਨਾਂ ਨੂੰ ਦੇਖਾਂਗੇ ਜਿੱਥੇ ਯਾਨੀ ਕਿ x ਧੁਰੇ ਉੱਪਰ ਜੇ ਬਿੰਦੂ ਹੈ ਤਾਂ ਉਹਦਾ ਮੁੱਲ ਇਹ ਹੋਣਾ ਸੀ, ਜੇ y ਧੁਰੇ ਉੱਪਰ ਬਿੰਦੂ ਹੈਗਾ ਤਾਂ ਉਸ ਦਾ ਮੁੱਲ ਕੀ ਹੋਣਾ ਸੀ? ਇਹ ਵਾਲਾ ਹੋਣਾ ਸੀ। ਤਾਂ ਆਪਾਂ ਇਹ ਦੇਖੀਏ ਕਿ ਜੇ 0 0 ਆ ਰਿਹਾ ਹੈਗਾ ਤਾਂ ਉਹ x ਤੇ y ਧੁਰੇ ਉੱਪਰ ਬਿੰਦੂ ਆਏਗਾ। ਹੁਣ ਇਹ ਵਾਲਾ ਕਿਹੜੇ ਬਿੰਦੂ ਉੱਪਰ ਆ ਰਿਹਾ? x ਧੁਰੇ ਉੱਪਰ ਆ ਰਿਹਾ ਹੈ। ਇਹ ਵਾਲਾ ਬਿੰਦੂ ਕਿੱਥੇ ਆ ਰਿਹਾ? y ਧੁਰੇ ਉੱਪਰ ਆ ਰਿਹਾ ਹੈ। ਇਹ ਵਾਲਾ ਮੁੱਲ ਨਾ ਹੀ x ਵਿੱਚ ਆਉਂਦਾ ਤੇ ਨਾ ਹੀ y ਦੇ ਵਿੱਚ ਆਉਂਦਾ। ਜਿਹੜਾ 0 0 ਹੈ ਇਹ ਵੀ x ਧੁਰੇ ਉੱਪਰ ਆ ਰਿਹਾ ਤੇ y ਧੁਰੇ ਦੇ ਉੱਪਰ ਆ ਰਿਹਾ। ਤਾਂ ਦੇਖੋ ਜਿਹੜਾ ਮੂਲ ਬਿੰਦੂ ਹੁੰਦਾ, ਆ x ਦੇ ਮੁੱਲ ਹੈ, ਆ y ਦੇ ਮੁੱਲ ਹੈ, ਤਾਂ 0 0 ਵੀ x ਧੁਰੇ ਉੱਪਰ ਤੇ y ਧੁਰੇ ਉੱਪਰ ਆ ਗਿਆ। ਤਾਂ ਇਸ ਲਈ ਇਹਦੇ ਵਿੱਚ ਇੱਕ ਹੀ ਪੁਆਇੰਟ ਬਚਿਆ 3 ਤੇ 4, ਜਿਹੜਾ ਕਿ ਹੈ ਨਾ ਹੀ x ਧੁਰੇ ਉੱਪਰ ਹੈ ਤੇ ਨਾ ਹੀ y ਧੁਰੇ ਉੱਪਰ। ਅਗਲਾ ਪ੍ਰਸ਼ਨ, x ਧੁਰਾ ਤੇ y ਧੁਰਾ ਇੱਕ ਦੂਸਰੇ ਨੂੰ ਕਿਸ ਬਿੰਦੂ 'ਤੇ ਕੱਟਦੇ ਹਨ? ਤਾਂ ਮੂਲ ਬਿੰਦੂ ਉੱਪਰ। ਮੂਲ ਬਿੰਦੂ ਦਾ ਮੁੱਲ ਨਿਰਦੇਸ਼ਾਂਕ 0 0 ਹੁੰਦਾ। ਉਸ ਤੋਂ ਬਾਅਦ ਆ ਗਿਆ ਬੱਚੋ ਸਹੀ ਗਲਤ। ਮੂਲ ਬਿੰਦੂ ਦੇ ਨਿਰਦੇਸ਼ਾਂਕ 0 0 ਹਨ, ਬਿਲਕੁਲ ਸਹੀ ਹੈ। ਬਿੰਦੂ 0 2 x ਧੁਰੇ ਉੱਪਰ ਸਥਿਤ ਹੈ, ਤਾਂ ਤੁਹਾਨੂੰ ਮੈਂ ਦੱਸਿਆ ਸੀ x ਧੁਰੇ ਉੱਪਰ ਕੀ ਹੋਏਗਾ? y ਦਾ ਮੁੱਲ 0 ਹੋਣਾ ਹੈ, ਪਰ ਇੱਥੇ ਆਪਣੇ ਕੋਲ ਇਹ x ਦਾ ਮੁੱਲ ਕੀ ਹੈ 0 ਆ ਰਿਹਾ ਹੈ, ਤਾਂ ਇਹ ਕੀ ਹੋ ਗਿਆ? ਗਲਤ। ਬਿੰਦੂ 3y, ਕੀ ਇਹ y ਧੁਰੇ ਉੱਪਰ ਸਥਿਤ ਹੈ? ਇਹ ਵੀ ਗਲਤ ਹੈ। y ਧੁਰੇ ਦੇ ਉੱਪਰ ਕੀ ਹੈ? x ਦਾ ਮੁੱਲ 0 ਹੋਏਗਾ, ਪਹਿਲਾ ਮੁੱਲ 0 ਹੈ, ਪਰ ਇੱਥੇ ਪਹਿਲਾ ਮੁੱਲ ਕੀ ਆ ਰਿਹਾ? 3 ਆ ਰਿਹਾ, ਇਸ ਲਈ ਇਹ ਵੀ ਕੀ ਹੋ ਗਿਆ? ਗਲਤ। ਇੱਕ ਬਿੰਦੂ ਜਿਸ ਦਾ x ਨਿਰਦੇਸ਼ਾਂਕ ਅੰਕ 0 ਹੈ ਤੇ y ਇਹ ਕੀ ਕਹਿੰਦੇ ਆ, ਇੱਕ ਬਿੰਦੂ ਜਿਸ ਦਾ x ਨਿਰਦੇਸ਼ਾਂਕ 0 ਹੈ, x ਧੁਰੇ 'ਤੇ ਸਥਿਤ ਹੈ। ਜੇ x ਨਿਰਦੇਸ਼ਾਂਕ ਦੇਖੋ x ਤੇ y ਇਸ ਤਰ੍ਹਾਂ ਹੁੰਦਾ, ਕਹਿੰਦੇ x ਨਿਰਦੇਸ਼ਾਂਕ ਕੀ ਹੈਗਾ? 0 ਹੈ, ਤਾਂ ਦੂਸਰੇ ਦੀ ਗੱਲ ਨਹੀਂ ਕੀਤੀ। ਕਹਿੰਦੇ ਕੀ ਇਹ x ਧੁਰੇ ਉੱਪਰ ਹੈਗਾ? ਨਹੀਂ, ਇਹ ਕਿੱਥੇ ਹੈ? y ਧੁਰੇ ਉੱਪਰ ਹੈ, ਇਹ ਵੀ ਗਲਤ ਹੈ।
ਇੱਕ ਬਿੰਦੂ ਜਿਸ ਦਾ x ਨਿਰਦੇਸ਼ਾਂਕ 0 ਹੈ। ਹੁਣ x ਨਿਰਦੇਸ਼ਾਂਕ 0 ਹੈ ਕਿ ਉਹ y ਧੁਰੇ ਉੱਪਰ ਆਏਗਾ, ਬਿਲਕੁਲ ਸਹੀ ਹੈ। ਅਗਲਾ ਕੁਐਸਚਨ, ਬਿੰਦੂ 5 2 ਦੀ ਕੋਟੀ 5 ਹੈ? ਨਹੀਂ, ਕੋਟੀ ਕਿੰਨੀ ਹੈ? 2 ਹੈ। ਪਰ ਇਹ ਕਿਉਂਕਿ ਪਹਿਲਾਂ ਕੀ ਹੁੰਦਾ ਹੈ? ਭੁਜ ਹੁੰਦਾ, ਫਿਰ ਕੀ ਹੁੰਦਾ? ਕੋਟੀ ਹੁੰਦਾ। ਤਾਂ ਇੱਥੇ ਭੁਜ 5 ਹੈ, ਕੋਟੀ ਕਿੰਨੀ ਹੈ? 2 ਹੈ। ਪਰ ਇਹ ਕਹਿੰਦੇ ਕੋਟੀ 5 ਹੈ, ਉਹ ਕੀ ਹੈ? ਗਲਤ ਹੈ। ਜਿਹੜਾ ਬਿੰਦੂ ਹੈਗਾ 5 2, ਕਹਿੰਦੇ ਕੀ ਇਸ ਦਾ ਭੁਜ 5 ਹੈ? ਬਿਲਕੁਲ ਸਹੀ ਹੈ। ਬੱਚੋ ਲਾਸਟ 2 ਕੁਐਸਚਨ ਹੈਗੇ ਇਸ ਤੋਂ ਬਾਅਦ। ਕਹਿੰਦੇ ਬਿੰਦੂ 3 4 ਅਤੇ 4 3 ਕੀ ਇਹ ਇੱਕੋ ਬਿੰਦੂ ਹਨ? ਤਾਂ ਇਹਦਾ ਜਵਾਬ ਹੈਗਾ ਨਹੀਂ, ਕਿਉਂਕਿ ਜਦੋਂ ਆਪਾਂ ਕੀ ਹੈ ਗ੍ਰਾਫ ਬਣਾਉਂਦੇ ਹਾਂ 3 4 1 2 3, ਇੱਧਰੋਂ 1 2 3 4, ਤਾਂ 3 4 ਬਿੰਦੂ ਜਿਹੜਾ ਆਏਗਾ ਉਹ ਕੀ ਆਏਗਾ? ਇਹਨਾਂ ਨੂੰ ਮਿਲਾ ਕੇ ਇੱਥੇ ਆਏਗਾ। ਜੇ 4 3 ਦੀ ਗੱਲ ਕਰੀਏ ਤਾਂ x ਧੁਰੇ ਉੱਪਰ ਪਹਿਲਾਂ 4 ਮੋਲ ਦੇਖੋਗੇ, ਫਿਰ y ਧੁਰੇ ਉੱਪਰ ਕਿੰਨਾ ਹੈਗਾ? 3। ਤਾਂ ਕੀ ਇਹ ਬਿੰਦੂ ਇੱਕੋ ਜਿਹੇ ਹੈ? ਨਹੀਂ, ਇੱਕੋ ਜਗ੍ਹਾ 'ਤੇ ਨਹੀਂ ਹੈਗੇ, ਇਹ ਗਲਤ ਹੋ ਗਿਆ। ਬਿੰਦੂ 3 2 x ਧੁਰੇ 'ਤੇ ਸਥਿਤ ਹੈ? ਨਹੀਂ, ਕਿਉਂਕਿ ਜੇ x ਧੁਰੇ ਦੀ ਗੱਲ ਕਰੀਏ ਤਾਂ ਉੱਥੇ x ਦਾ ਮੁੱਲ ਕੋਈ ਨਾ ਕੋਈ ਹੋਏਗਾ, y ਦਾ ਮੁੱਲ 0 ਹੋਏਗਾ, ਪਰ ਇੱਥੇ ਦੋਨੋਂ ਜਗ੍ਹਾ 'ਤੇ ਮੁੱਲ ਹੈਗੇ ਹੈ, ਤਾਂ ਇਹ ਗਲਤ ਹੋ ਗਿਆ। ਬੱਚੋ ਇਸ ਤੋਂ ਬਾਅਦ ਆਪਾਂ ਚੈਪਟਰ ਨੰਬਰ 4 ਦੇ ਜਿਹੜੇ MCQ ਸੀਗੇ ਆਪਾਂ ਉਹ ਕਰਾਂਗੇ, ਕਿਉਂਕਿ ਇਹ ਪਿਛਲੀ ਵੀਡੀਓ ਦੇ ਵਿੱਚ ਰਹਿ ਗਏ ਸੀ। ਤਾਂ ਆਓ ਆਪਾਂ ਚੈਪਟਰ 4 ਦੇ MCQs ਕਰਦੇ ਹਾਂ। ਹਾਂਜੀ ਬੱਚੋ, 4th ਚੈਪਟਰ ਦੇ MCQs ਹੈਗੇ ਆ। ਪਹਿਲਾ ਪ੍ਰਸ਼ਨ, ਕਹਿੰਦੇ ਹੇਠ ਦਿੱਤੇ ਪ੍ਰਸ਼ਨਾਂ ਵਿੱਚੋਂ ਸਹੀ ਵਿਕਲਪ ਚੁਣੋ। ਵਰਗ ਅੰਤਰਾਲ 150 ਤੋਂ 175 ਦਾ ਵਰਗ ਆਕਾਰ ਕੀ ਹੈ? ਹੁਣ ਇਹ ਵਰਗ ਆਕਾਰ ਕਹਿ ਰਹੇ ਹੈ, ਵਰਗ ਆਕਾਰ ਹੁੰਦਾ ਅੰਤਰ। ਤਾਂ 175 ਵਿੱਚੋਂ 150 ਘਟਾਓਗੇ 25 ਦਾ ਅੰਤਰ ਆ ਗਿਆ, ਤਾਂ ਇਹਦਾ C ਆਪਸ਼ਨ ਹੈਗਾ 25। ਕਿਉਂਕਿ ਦੇਖੋ MCQs ਨਾਲ ਆਪਣੇ ਕੀ ਹੈ ਕਨਸੈਪਟ ਕਲੀਅਰ ਹੁੰਦੇ ਆ। ਸਵਾਲ ਪੇਪਰ ਵਿੱਚ ਜਿੱਥੋਂ ਮਰਜ਼ੀ ਜੋ ਮਰਜ਼ੀ ਆ ਜਾਏ ਤੁਸੀਂ ਉਹਦਾ ਜਵਾਬ ਦੇ ਸਕਦੇ ਹੋ ਜੇ ਤੁਹਾਨੂੰ ਸਹੀ ਜਾਣਕਾਰੀ ਹੈਗੀ ਹੈ ਤਾਂ। ਅਗਲਾ ਪ੍ਰਸ਼ਨ, ਚੱਕਰ ਦੀ ਵਰਤੋਂ ਕਰਕੇ ਪੇਸ਼ ਕੀਤੇ ਗਏ ਅੰਕੜੇ ਨੂੰ ਕੀ ਕਿਹਾ ਜਾਂਦਾ ਹੈ? ਪਾਈ ਚਾਰਟ। ਆਪਾਂ ਚੱਕਰ ਵਾਲਾ ਕੀਤਾ ਸੀ ਨਾ ਇੱਕ। ਅਗਲਾ, ਮਿਲਾਨ ਚਿੰਨ੍ਹ ਦੀ ਵਰਤੋਂ ਕਿਸ ਲਈ ਹੁੰਦੀ ਹੈ? ਬਾਰੰਬਾਰਤਾ ਸਾਰਣੀ ਤਿਆਰ ਕਰਨ ਵਾਸਤੇ। C ਆਪਸ਼ਨ। ਤਾਂ ਦੇਖੋ ਆਪਾਂ ਕੀਤਾ ਸੀ ਨਾ ਇੱਥੇ ਆ ਮਿਲਾਨ ਚਿੰਨ੍ਹ ਬਣਾਏ ਸੀ ਇਸ ਕੁਐਸਚਨ ਦੇ ਵਿੱਚ, ਪਿਛਲੀ ਵੀਡੀਓ ਵਿੱਚ ਤੁਹਾਨੂੰ ਮੈਂ ਸਮਝਾਇਆ ਸੀ 4 ਚੈਪਟਰ ਦੀ। ਤਾਂ ਬਾਰੰਬਾਰਤਾ ਸਾਰਣੀ ਤਿਆਰ ਕਰਨ ਲਈ ਆਪਾਂ ਨੂੰ ਕੀ ਕਰਨਾ ਪਿਆ? ਮਿਲਾਨ ਚਿੰਨ੍ਹ ਬਣਾਉਣੇ ਪਏ ਸੀ। ਕਿ ਜਿਵੇਂ ਪਹਿਲੇ ਬੱਚੇ ਨੂੰ ਕੀ ਆ ਪੰਜਾਬੀ ਦੇ ਅੱਛੀ ਲੱਗਦੀ ਹੈ, ਦੂਸਰੇ ਬੱਚੇ ਨੂੰ ਵੀ ਪੰਜਾਬੀ ਅੱਛੀ ਲੱਗਦੀ ਹੈ, ਤਾਂ ਇਹਨਾਂ ਤੋਂ ਪਤਾ ਲੱਗਿਆ ਕਿ ਪੰਜਾਬੀ ਕਿੰਨੇ ਬੱਚਿਆਂ ਨੂੰ ਅੱਛੀ ਲੱਗਦੀ ਹੈ। ਤਾਂ ਮਿਲਾਨ ਚਿੰਨ੍ਹ ਤੋਂ ਆਪਾਂ ਨੂੰ ਕੀ ਪ੍ਰਾਪਤ ਹੁੰਦਾ ਹੈ? ਬਾਰੰਬਾਰਤਾ। ਅਗਲਾ ਸਵਾਲ, ਕਹਿੰਦੇ ਇੱਕ ਸਿੱਕਾ 2 ਵਾਰ ਉਛਾਲਿਆ ਜਾਂਦਾ ਹੈ, ਇਹ ਸੰਭਾਵਨਾ ਵਾਲਾ ਸਵਾਲ ਆ ਗਿਆ। ਤਾਂ ਸੰਭਾਵਿਤ ਨਤੀਜਿਆਂ ਦੀ ਗਿਣਤੀ ਹੈ। ਹੁਣ ਸੰਭਾਵਿਤ ਨਤੀਜੇ ਪੁੱਛੇ ਇਹਨਾਂ ਨੇ ਕਿ ਪੋਸੀਬਲ ਆਊਟਕਮਸ ਕੀ ਆ ਸਕਦੇ ਆ। ਦੇਖੋ 2 ਵਾਰੀ ਉਛਾਲਿਆ ਸਿੱਕੇ ਨੂੰ, ਤਾਂ ਜਾਂ ਤਾਂ ਕੀ ਹੈ ਪਹਿਲੀ ਵਾਰੀ ਹੈੱਡ ਆਊਗਾ, ਅਗਲੀ ਵਾਰੀ ਹੈੱਡ ਆਊਗਾ, ਇਹ ਵੀ ਹੋ ਸਕਦਾ ਹੈ। ਜਾਂ ਇਹ ਹੋ ਸਕਦਾ ਪਹਿਲੀ ਵਾਰੀ ਹੈੱਡ ਆਵੇ, ਅਗਲੀ ਵਾਰੀ ਟੇਲ ਆਵੇ। ਜਾਂ ਇਹ ਹੋ ਸਕਦਾ ਪਹਿਲੀ ਵਾਰੀ ਟੇਲ ਆਵੇ, ਦੂਸਰੀ ਵਾਰੀ ਹੈੱਡ ਆਵੇ, ਜਾਂ ਦੋਨੋਂ ਵਾਰੀ ਟੇਲ ਆਉਣ। ਤਾਂ ਇਹ ਕਿੰਨੇ ਸੰਭਾਵਿਤ ਨਤੀਜੇ ਹੋ ਗਏ? 4। ਤਾਂ ਇਹਦਾ ਆਪਸ਼ਨ ਕੀ ਆਏਗਾ? 4। ਬੱਚੋ ਇਸ ਨੂੰ ਮੈਂ ਇੱਕ ਸ਼ਾਰਟਕਟ ਤਰੀਕੇ ਨਾਲ ਸਮਝਾਉਣਾ। ਇੱਕ ਸਿੱਕੇ ਦੇ 2 ਪਾਸੇ ਹੁੰਦੇ ਆ, ਹੈੱਡ ਤੇ ਟੇਲ। ਉਸੇ ਤਰ੍ਹਾਂ ਇੱਕ ਜਿਹੜਾ ਪਾਸਾ ਸੁੱਟਦੇ ਆ ਉਹਦੇ ਕਿੰਨੇ ਪਾਸੇ ਹੁੰਦੇ? 6। ਜੇ ਲੱਡੂ ਵਾਲਾ ਜਿਹੜਾ ਗੀਟਾ ਹੁੰਦਾ ਉਹਦੇ ਕਿੰਨੇ ਪਾਸੇ ਹੁੰਦੇ ਆ? 6। ਜੇਕਰ ਕੀ ਹੈ ਇੱਕ ਹੀ ਸਿੱਕੇ ਨੂੰ ਉਛਾਲਿਆ ਜਾਂਦਾ ਤਾਂ 2 ਦੀ ਘਾਤ 1, ਇਹਦਾ ਜਵਾਬ ਆਏਗਾ 2। ਜੇਕਰ ਕੀ ਹੈ 2 ਸਿੱਕੇ ਸੁੱਟੇ ਜਾਂਦੇ ਆ, ਜਿਵੇਂ ਇੱਥੇ ਕੀ ਹੈਗਾ ਸੀ ਆਪਣੇ ਕੋਲ, ਇੱਕ ਸਿੱਕਾ 2 ਵਾਰ ਉਛਾਲਿਆ ਜਾਂਦਾ ਹੈ ਜਾਂ ਫਿਰ 2 ਸਿੱਕੇ ਇਕੱਠੇ ਉਛਾਲੇ ਜਾਂਦੇ ਆ, ਤਾਂ 2 ਦੀ ਘਾਤ 2, ਯਾਨੀ ਕਿ 2 ਗੁਣਾ 2 ਕਿੰਨਾ ਬਣ ਜਾਣਾ ਸੀ? 4। ਤਾਂ ਕਰਕੇ ਇਹਦਾ ਜਵਾਬ 4 ਹੈ। ਆਹ 4 ਕੇਸ ਮੈਂ ਇੱਥੇ ਬਣਾਏ ਹੈ। ਇਸੇ ਤਰ੍ਹਾਂ ਜੇ ਇਸ ਤਰ੍ਹਾਂ ਆ ਜਾਂਦਾ ਕਿ ਇੱਕ ਲੁੱਡੋ ਦਾ ਗੀਟਾ ਕੀ ਹੈ 2 ਵਾਰੀ ਸੁੱਟਿਆ ਜਾਂਦਾ ਹੈ, ਤਾਂ ਘਾਤ 2 ਲਿਖਾਂਗੇ, 6 ਗੁਣਾ 6, ਤਾਂ ਉਹਦੇ ਕੀ ਹੈ 36 ਕੇਸ ਬਣ ਜਾਣੇ ਸੀਗੇ। ਠੀਕ ਹੈ। ਹੁਣ ਅਗਲਾ ਕੁਐਸਚਨ, ਪਾਈ ਚਾਰਟ ਵਿੱਚ ਚੱਕਰ ਦੇ ਕੇਂਦਰੀ ਕੋਣ ਦਾ ਕੁੱਲ ਜੋੜ ਕਿੰਨਾ ਹੁੰਦਾ? 360 ਡਿਗਰੀ ਹੁੰਦਾ। ਬੱਚੋ ਮੇਰੇ ਅਗਲੇ ਸਵਾਲ ਕਰਵਾਉਣ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਵੀ ਸੋਚ ਸਕਦੇ ਹੋ ਕਿ ਇਹਦਾ ਕੀ ਜਵਾਬ ਆਏਗਾ, ਪਰ ਮੈਂ ਵੀਡੀਓ ਨੂੰ ਕੀ ਹੈ ਬਿਨਾਂ ਟਾਈਮ ਵੇਸਟ ਕੀਤੇ ਕਰਵਾ ਰਿਹਾ। ਇਹ ਤੁਸੀਂ ਆਪਦੇ ਤਰੀਕੇ ਨਾਲ ਪੜ੍ਹਨਾ ਹੈ ਜਿਵੇਂ ਤੁਹਾਨੂੰ ਠੀਕ ਲੱਗੇ। ਅਗਲਾ ਪ੍ਰਸ਼ਨ ਖਾਲੀ ਥਾਵਾਂ ਵਿੱਚੋਂ ਹੈ। ਸਿੱਕਾ ਉਛਾਲਣ 'ਤੇ ਚਿੱਤ ਪ੍ਰਾਪਤ ਹੋਣ ਦੀ ਸੰਭਾਵਨਾ, ਇੱਕ ਹੁੰਦਾ ਚਿੱਤ, ਇੱਕ ਹੁੰਦਾ ਪੱਟ। ਚਿੱਤ ਬੋਲਦੇ ਆ ਹੈੱਡ ਨੂੰ, ਪੱਟ ਬੋਲਦੇ ਆ ਟੇਲ ਨੂੰ।
ਤਾਂ ਕਹਿੰਦੇ ਇੱਕ ਸਿੱਕਾ ਨੂੰ ਉਛਾਲਣ 'ਤੇ ਚਿੱਤ ਪ੍ਰਾਪਤ ਹੋਣ ਦੀ ਸੰਭਾਵਨਾ ਦਾ ਪੁੱਛ ਰਹੇ ਆ, ਤਾਂ ਸੰਭਾਵਨਾ ਵੇਲੇ ਕੀ ਹੈ, ਕੁੱਲ ਕਿੰਨੇ ਕੇਸ ਬਣਨਗੇ 2, ਤਾਂ ਚਿੱਤ ਕਿੰਨੇ ਵਾਰੀ ਹੁੰਦਾ, ਇੱਕ ਵਾਰੀ ਹੁੰਦਾ, ਤਾਂ ਇਹਦਾ ਕੀ ਆਏਗਾ ਜਵਾਬ 1/2 ਦੀ ਸੰਭਾਵਨਾ ਹੈ। ਜੇ ਪੱਟ ਹੁੰਦਾ ਤਾਂ ਵੀ ਇਹਦੀ ਸੰਭਾਵਨਾ 1/2 ਹੀ ਰਹਿਣੀ ਸੀ। ਪਾਈ ਚਾਰਟ ਵਿੱਚ ਸਾਰੇ ਕੇਂਦਰੀ ਕੋਣਾਂ ਦਾ ਜੋੜ ਕਿੰਨਾ ਹੁੰਦਾ, 360 ਡਿਗਰੀ। ਆਪਾਂ ਉੱਪਰ ਵੀ ਕੁਐਸਚਨ ਕੀਤਾ ਸੀ ਇਹ ਹੁਣੇ। ਅਗਲਾ, ਇੱਕ ਥੈਲੇ ਵਿੱਚ 5 ਲਾਲ ਗੇਂਦਾਂ ਕਿੰਨੀਆਂ 5 ਹੈ, 3 ਕੀ ਹੈ ਨੀਲੇ ਰੰਗ ਦੀਆਂ ਗੇਂਦਾਂ। ਜੇਕਰ ਥੈਲੇ ਵਿੱਚੋਂ ਬਿਨਾਂ ਵੇਖਿਆ ਇੱਕ ਗੇਂਦ ਬਾਹਰ ਕੱਢੀ ਜਾਵੇ ਤਾਂ ਲਾਲ ਰੰਗ ਦੀ ਸੰਭਾਵਨਾ ਕੀ ਹੋਏਗੀ, ਲਾਲ ਰੰਗ ਦੀ ਸੰਭਾਵਨਾ 5 ਗੇਂਦਾਂ ਲਾਲ ਰੰਗ ਦੀਆਂ ਸੀ, ਕੁੱਲ ਕਿੰਨੀਆਂ ਗੇਂਦਾਂ ਹੋ ਗਈਆਂ ਇਹ 8, ਅਤੇ ਇਹਦਾ ਜਵਾਬ ਕੀ ਆਏਗਾ 5/8। ਤਾਂ ਤੁਸੀਂ ਇਹਦਾ ਜਵਾਬ ਕੀ ਲਿਖੋਗੇ 5/8। ਅਗਲਾ ਸਵਾਲ, ਇੱਕ ਸਿੱਕਾ ਉਛਾਲਣ 'ਤੇ ਪੱਟ ਪ੍ਰਾਪਤ ਹੋਣ ਦੀ ਸੰਭਾਵਨਾ, ਇਹ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਹੈਗਾ, ਹੈਡ ਤੇ ਟੇਲ ਵਾਲਾ। ਅਗਲਾ ਪ੍ਰਸ਼ਨ ਕਹਿੰਦੇ ਜੇਕਰ ਇੱਕ ਸਕੂਲ ਦੇ 60% ਵਿਦਿਆਰਥੀ ਪੰਜਾਬੀ ਬੋਲਦੇ ਆ ਤਾਂ ਪੰਜਾਬੀ ਬੋਲਦੇ ਵਿਦਿਆਰਥੀਆਂ ਨੂੰ ਦਰਸਾਉਂਦੇ ਅਰਧ ਵਿਆਸੀ ਚੱਕਰਖੰਡ ਦਾ ਕੋਣ ਕਿੰਨਾ ਹੋਵੇਗਾ। ਹੁਣ ਦੇਖੋ ਕੋਣ ਪੁੱਛ ਰਹੇ ਆ, ਡਿਗਰੀ ਪੁੱਛ ਰਹੇ ਆ ਅਸਲ ਦੇ ਵਿੱਚ, ਤਾਂ 60% ਹੈ ਤਾਂ ਪ੍ਰਤੀਸ਼ਤ ਹਟਾ ਕੇ ਆਪਾਂ ਪਹਿਲਾਂ 100 ਲਿਖ ਲਵਾਂਗੇ। ਫਿਰ ਜਦੋਂ ਆਪਾਂ ਨੂੰ ਕੀ ਆ ਆਨਸਰ ਚਾਹੀਦਾ ਹੁੰਦਾ ਡਿਗਰੀ ਦੇ ਵਿੱਚ, ਤਾਂ ਗੁਣਾ ਆਪਾਂ 360 ਨਾਲ ਕਰਨੀ ਹੁੰਦੀ ਹੈ। ਠੀਕ ਹੈ, ਤਾਂ ਇੱਧਰੋਂ ਆ 1 0 ਨਾਲ 1 0 ਕੈਂਸਲ, ਇਹ 0 ਨਾਲ ਆਹ ਵਾਲੀ 0 ਕੈਂਸਲ, ਤਾਂ ਇਹਨੂੰ ਗੁਣਾ ਕਰੋਗੇ ਕਿੰਨਾ ਆ ਜਾਊਗਾ 216 ਡਿਗਰੀ। ਤਾਂ ਇਹਦਾ ਜਵਾਬ ਕੀ ਆਏਗਾ 216। ਕੇਂਦਰੀ ਕੋਣ ਬਣਾਉਣੇ ਸਿਖਾਏ ਆ ਬੱਚੋ ਮੈਂ ਤੁਹਾਨੂੰ ਵੀਡੀਓ ਵਿੱਚ, ਤਾਂ ਤੁਸੀਂ ਇਹ ਦੇਖ ਸਕਦੇ ਹੋ ਉੱਥੇ ਵੀ। ਇੱਕ ਸਿੱਕੇ ਨੂੰ ਉਛਾਲਣ 'ਤੇ ਕੁੱਲ ਸੰਭਾਵਿਤ ਪਰਿਣਾਮਾਂ ਦੀ ਸੰਖਿਆ, ਇੱਥੇ ਇਹਨਾਂ ਨੇ ਕੁੱਲ ਸੰਭਾਵਿਤ ਪਰਿਣਾਮ ਕਿਹਾ, ਸੰਭਵ ਜਿਹੜੇ ਹੋ ਗਏ, ਜਿਵੇਂ ਸੰਭਵ ਯਾਨੀ ਕਿ ਕਿਹੜੇ ਆ ਸਕਦੇ, ਹੈਡ ਵੀ ਆ ਸਕਦਾ, ਟੇਲ ਵੀ ਆ ਸਕਦਾ। ਸਿੱਕਾ ਕੀ ਹੈ 1 ਹੈ, ਤਾਂ ਸੰਭਾਵਿਤ ਪਰਿਣਾਮ ਕਿੰਨੇ ਹੋ ਗਏ 2 ਹੋ ਗਏ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਕੀ ਹੈ, ਕਹਿੰਦੇ ਇੱਕ ਸੰਤੁਲਿਤ ਪਾਸਾ ਜਿਹੜਾ ਹੁੰਦਾ ਉਹ ਲੂਡੋ ਵਾਲਾ ਗੀਟਾ ਹੋ ਗਿਆ, ਜਿਹੜਾ ਕੀ ਹੈ ਸਾਈਡ ਤੋਂ ਗੁਲਾਈ ਦੇ ਵਿੱਚ ਹੁੰਦਾ। ਤਾਂ ਇਹ ਇੱਕ ਫੇਅਰ ਡਾਈ ਹੁੰਦਾ। ਕਹਿੰਦੇ ਇਸ ਨੂੰ ਉਛਾਲਣ 'ਤੇ 6 ਸੰਭਵ ਪਰਿਣਾਮ ਲਿਖਣੇ ਹੈਗੇ ਹੈ। ਉਹ ਕਿਹੜੇ ਹੈਗੇ ਹੈ, 1 2 3 4 5 6, ਪਰ ਇਹਨਾਂ ਨੂੰ ਆਪਾਂ ਕਰਲੀ ਬ੍ਰੈਕਟ ਦੇ ਵਿੱਚ ਲਿਖਣਾ। ਇਹ ਸੰਭਵ ਪਰਿਣਾਮ ਹੈ, ਇਹਨਾਂ ਨੇ ਪਰਿਣਾਮ ਹੀ ਪੁੱਛੇ ਸੀਗੇ ਕਿ ਕਿਹੜੇ ਹੋਣਗੇ। ਜੇਕਰ ਇਹ ਕਹਿਣ 6 ਆਉਣ ਦੀ ਸੰਭਾਵਨਾ, ਤਾਂ ਫਿਰ 6 ਇੱਕ ਜਗ੍ਹਾ 'ਤੇ ਹੀ ਹੈ, ਇੱਕ ਪਾਸੇ ਉੱਪਰ 6 ਹੋਏਗਾ, ਤਾਂ ਕੁੱਲ ਪਾਸੇ ਇਹਦੇ ਕਿੰਨੇ 6। ਫਿਰ ਇਹਦਾ ਜਵਾਬ ਇਹ ਲਿਖਣਾ ਸੀ। ਹੁਣ ਇਹਦਾ ਜਵਾਬ ਇਹ ਹੈ, ਇਹ ਅਸਲ ਦੇ ਵਿੱਚ ਕੀ ਹੈ ਸੰਭਾਵਨਾ ਹੈ, ਸੰਭਾਵਨਾ ਮਤਲਬ ਪੀ ਨਾਲ ਲਿਖਿਆ ਜਾਂਦਾ। ਇੱਥੇ 6 ਆਉਣ ਦੀ ਸੰਭਾਵਨਾ, ਪਰ ਇੱਥੇ ਇਹ ਜਿਹੜਾ ਕਹਿ ਰਹੇ ਹੈ ਉਹਦਾ ਜਵਾਬ ਤੁਸੀਂ ਆਹ ਲਿਖਣਾ। ਅਗਲਾ, ਵਰਗ ਅੰਤਰਾਲ ਦੀ ਉੱਪਰਲੀ ਸੀਮਾ ਅਤੇ ਹੇਠਲੀ ਸੀਮਾ ਦੇ ਅੰਤਰ ਨੂੰ ਕੀ ਕਿਹਾ ਜਾਂਦਾ ਹੈ। ਉੱਪਰਲੀ ਸੀਮਾ ਅਤੇ ਹੇਠਲੀ ਸੀਮਾ ਦੇ ਅੰਤਰ ਉਹਨੂੰ ਕਿਹਾ ਜਾਂਦਾ ਹੈ ਕਲਾਸ ਸਾਈਜ਼। ਜਿਹੜਾ ਆਪਾਂ ਕੀਤਾ ਸੀ ਨਾ ਕੁਐਸਚਨ ਇੱਧਰ, ਆ ਕਲਾਸ ਸਾਈਜ਼ ਵਾਲਾ ਸੀਗਾ। ਵਰਗ ਅੰਤਰਾਲ ਦਾ ਮਤਲਬ ਯਾਨੀ ਕਿ 150 ਦਾ 150 ਤੋਂ 175 ਦਾ ਵਰਗ ਆਕਾਰ ਕੀ ਹੈ। ਪੰਜਾਬੀ ਜਿਹਨੂੰ ਵਰਗ ਆਕਾਰ ਬੋਲਦੇ ਆ, ਤਾਂ ਤੁਸੀਂ ਇੱਥੇ ਲਿਖ ਲਓਗੇ ਇਸ ਅੰਤਰ ਨੂੰ ਕੀ ਕਿਹਾ ਜਾਂਦਾ ਹੈ, ਵਰਗ ਆਕਾਰ ਜਾਂ ਕਲਾਸ ਸਾਈਜ਼। ਉਸ ਤੋਂ ਬਾਅਦ ਅਗਲਾ, ਵਰਗ ਅੰਤਰਾਲ ਦੇ ਮੱਧ ਬਿੰਦੂ ਨੂੰ ਕੀ ਕਿਹਾ ਜਾਂਦਾ ਹੈ, ਕਲਾਸ ਮਾਰਕਸ, ਜਿਸ ਨੂੰ ਆਪਾਂ ਕੀ ਹੈ ਵਰਗ ਚਿੰਨ੍ਹ ਬੋਲਦੇ ਹਾਂ। ਵਰਗ ਚਿੰਨ੍ਹ ਮੈਂ ਤੁਹਾਨੂੰ ਨਿੱਕੀਆਂ ਟਰਮਸ ਦੱਸੀਆਂ ਸੀਗੀਆਂ ਚੌਥੇ ਚੈਪਟਰ ਦੇ ਵਿੱਚ। ਇਸ ਤੋਂ ਬਾਅਦ ਬੱਚੋ ਆ ਜਾਂਦੇ ਆ ਠੀਕ ਗਲਤ ਵਾਲੇ ਸਵਾਲ। ਤਾਂ ਕੀ ਕਹਿੰਦੇ ਆ, ਕਹਿੰਦੇ ਇੱਕ ਥੈਲਾ ਜਿਸ ਵਿੱਚ ਕੀ ਹੈ 10 ਨੀਲੇ ਰੰਗ ਦੀਆਂ ਗੇਂਦਾਂ ਵਿੱਚੋਂ ਇੱਕ ਲਾਲ ਗੇਂਦ ਮਿਲਣ ਦੀ ਸੰਭਾਵਨਾ। ਹੁਣ ਦੇਖੋ ਇੱਕ ਥੈਲੇ ਵਿੱਚ 10 ਨੀਲੇ ਰੰਗ ਦੀਆਂ ਗੇਂਦਾਂ, ਤਾਂ ਲਾਲ ਰੰਗ ਦੀ ਗੇਂਦ ਹੋ ਮਤਲਬ ਜਦੋਂ ਥੈਲੇ ਵਿੱਚ ਗੇਂਦ ਹੀ ਨਹੀਂ ਹੈਗੀ ਤਾਂ ਸੰਭਾਵਨਾ ਕੀ ਹੋਏਗੀ। ਇੱਥੇ ਤਾਂ ਸੰਭਾਵਨਾ ਦੱਸ ਰਹੇ ਆ, ਤਾਂ ਇਹ ਸਵਾਲ ਕੀ ਹੋ ਗਿਆ ਗਲਤ ਹੈ। ਇੱਕ ਪਾਸੇ ਨੂੰ ਸੁੱਟਣ 'ਤੇ ਜਿਸ ਸੰਖਿਆ ਆਉਣ ਦੀ ਸੰਭਾਵਨਾ, ਤਾਂ ਇੱਕ ਪਾਸੇ ਦੇ ਵਿੱਚ ਕੀ ਹੈ ਕਿਹੜੇ ਹੋਣਗੇ 1 2 3 4 5 6, ਤਾਂ ਜਿਸ ਸੰਖਿਆਵਾਂ ਕਿਹੜੀਆਂ 2 4 6 ਹੀ ਹੈ। ਤਾਂ ਇਹਦੇ ਵਿੱਚ ਜਿਸ ਸੰਖਿਆ ਆਉਣ ਦੀ ਸੰਭਾਵਨਾ ਕਹਿ ਰਹੇ ਹੈ ਕਿੰਨੀਆਂ ਹੁੰਦੀਆਂ ਇਹ ਜਿਸ ਸੰਖਿਆਵਾਂ 3 ਹੈ। ਕੁੱਲ ਕਿੰਨੇ ਪਾਸੇ ਹੁੰਦੇ ਆ 6,
ਤਾਂ ਕੱਟ ਕਰਕੇ 1/2 ਹੈ। ਇੱਥੇ ਵੀ 1/2 ਹੈ, ਤਾਂ ਬਿਲਕੁਲ ਸਹੀ ਕਹਿ ਰਹੇ ਹੈ। ਵਰਗ ਅੰਤਰਾਲ 25 ਤੋਂ 35 ਦੀ ਹੇਠਲੀ ਸੀਮਾ ਕੀ ਹੈ? ਆਹ ਹੇਠਲੀ ਸੀਮਾ ਹੁੰਦੀ ਆ, ਆਹ ਉੱਪਰਲੀ ਸੀਮਾ। ਇੱਥੇ ਇਹਨਾਂ ਨੇ ਹੇਠਲੀ ਸੀਮਾ 35 ਕਿਹਾ, ਪਰ ਹੇਠਲੀ ਸੀਮਾ ਕੀ ਹੈ? 25। ਇਹ ਗਲਤ ਕਹਿ ਰਹੇ ਹੈ। ਅੰਗਰੇਜ਼ੀ ਦੀ ਵਰਨਮਾਲਾ ਵਿੱਚ ਇੱਕ ਸਵਰ ਚੁਣੇ ਜਾਣ ਦੀ ਸੰਭਾਵਨਾ। ਹੁਣ ਅੰਗਰੇਜ਼ੀ ਦੀ ਵਰਨਮਾਲਾ ਵਿੱਚ ਸਵਰਨ ਕਿਹੜੇ ਹੁੰਦੇ ਆ? ਵਾਊਲਸ AEIOU। ਤਾਂ ਹੁਣ ਇਹਦੀ ਸੰਭਾਵਨਾ ਦੀ ਗੱਲ ਕਰਦੇ ਆ। ਇਹ ਕਿੰਨੇ ਹੈਗੇ ਆਪਣੇ ਕੋਲ? 5 ਹੁੰਦੇ ਆ। ਤਾਂ ਸੰਭਾਵਨਾ ਕੀ ਹੋਏਗੀ? 5 ਇੱਥੇ 26 ਲਿਖ ਆਉਣਾ ਸੀ, ਯਾਨੀ ਕਿ ਅਸਲ ਦੇ ਵਿੱਚ ਜੇ ਇੱਥੇ 25 ਹੈ ਤਾਂ ਇਹ ਫਿਰ ਗਲਤ ਹੈ। ਕੁੱਲ ਕਿੰਨੇ ਅੱਖਰ ਹੁੰਦੇ ਆ? ਟੋਟਲ ਲੈਟਰਸ ਕਿੰਨੇ ਹੁੰਦੇ ਆ? ਇਹ 26। ਤਾਂ ਇੱਥੇ ਥੱਲੇ ਵਾਲੇ ਉੱਪਰ ਵਾਲੀ ਸੰਖਿਆ ਸਹੀ ਦੱਸਦੀ ਇਹਨਾਂ ਨੇ। ਇੱਥੇ ਜੇ 25 ਲਿਖ ਰਿਹਾ ਤਾਂ ਇਹ ਸੰਭਾਵਨਾ ਗਲਤ ਹੈ। ਅਗਲਾ ਸਵਾਲ, ਵਰਗ ਅੰਤਰਾਲ 20 ਤੋਂ 30 ਦਾ ਵਰਗ ਚਿੰਨ੍ਹ 10 ਹੈ। ਹੁਣ ਇੱਥੇ ਵਰਗ ਚਿੰਨ੍ਹ ਆ ਗਿਆ। ਵਰਗ ਚਿੰਨ੍ਹ ਕੀ ਹੁੰਦਾ? ਦੋਨੋਂ ਸੰਖਿਆਵਾਂ ਦੇ ਵਿਚਕਾਰ ਵਾਲੀ ਜਿਹੜਾ ਵਿਚਕਾਰ ਵਾਲਾ ਮੁੱਲ ਹੁੰਦਾ, ਮੈਂ ਇੱਥੇ ਦੱਸਿਆ ਵੀ ਸੀਗਾ। ਤਾਂ ਇਹ ਕੀ ਹੈ? 20 ਤੋਂ 30 ਦੇ ਵਿਚਕਾਰ 25 ਹੁੰਦਾ, ਦੋਨਾਂ ਵਿਚਕਾਰ ਤਾਂ 25 ਆਊਗਾ, ਪਰ ਇਹ ਕਹਿੰਦੇ 10 ਹੈ, ਉਹ ਕੀ ਹੈ? ਗਲਤ। ਅਗਲਾ, ਇੱਕ ਸਿੱਕੇ ਨੂੰ ਉਛਾਲਣ 'ਤੇ ਚਿੱਤ ਆਉਣ ਦੀ ਸੰਭਾਵਨਾ 1/2 ਹੁੰਦੀ ਹੈ, ਬਿਲਕੁਲ ਸਹੀ ਹੈ। ਵਰਗ ਅੰਤਰਾਲ 40 ਤੋਂ 60 ਦਾ ਵਰਗ ਆਕਾਰ 20 ਹੈ। ਵਰਗ ਆਕਾਰ ਕੀ ਹੁੰਦਾ? ਇਹਨਾਂ ਦਾ ਅੰਤਰ, ਤਾਂ ਡਿਫਰੈਂਸ 20 ਹੈ, ਬਿਲਕੁਲ ਸਹੀ ਹੈ। ਬਾਰੰਬਾਰਤਾ ਸਾਨੂੰ ਦਿੱਤੇ ਅੰਕੜੇ ਵਿੱਚੋਂ ਵਾਰ-ਵਾਰ ਆਈ ਸੰਖਿਆ ਨੂੰ ਦਰਸਾਉਂਦਾ ਹੈ। ਹੁਣ ਬਾਰੰਬਾਰਤਾ ਕੀ ਦੱਸਦਾ ਹੈ? ਕਿ ਦਿੱਤੇ ਅੰਕੜੇ ਵਿੱਚ ਵਾਰ-ਵਾਰ ਆਈ ਸੰਖਿਆ ਨੂੰ ਦਰਸਾਉਂਦਾ ਹੈ, ਬਿਲਕੁਲ ਸਹੀ ਹੈ। ਆ ਦੇਖੋ, ਜਿਵੇਂ ਤੁਹਾਨੂੰ ਦੱਸਿਆ ਸੀ ਕਿ ਪੰਜਾਬੀ ਬੋਲਣ ਵਾਲੇ ਕਿੰਨੇ ਹੈਗੇ ਆ? 5 ਜਾਣੇ ਆ। ਤਾਂ ਇਹ ਵਾਰ-ਵਾਰ ਇਹਨੇ ਵੀ ਪੰਜਾਬੀ ਕਿਹਾ, ਇਹਨੇ ਵੀ ਪੰਜਾਬੀ ਕਿਹਾ, ਪੰਜਾਬੀ ਵਾਰ-ਵਾਰ ਆਇਆ। ਤਾਂ ਬਾਰੰਬਾਰਤਾ ਇਹੀ ਤਾਂ ਦੱਸਦਾ ਕਿ ਕੋਈ ਵੀ ਚੀਜ਼ ਕਿੰਨੇ ਵਾਰੀ ਆ ਰਹੀ ਹੈ। ਅਗਲਾ, ਮਿਲਾਨ ਚਿੰਨ੍ਹ ਬਾਰੰਬਾਰਤਾ ਪ੍ਰਾਪਤ ਕਰਨ ਲਈ ਵਰਤੇ ਜਾਂਦੇ ਹਨ, ਬਿਲਕੁਲ ਸਹੀ ਹੈ। ਪਾਈ ਚਾਰਟ ਵਿੱਚ ਅਰਧ ਵਿਆਸੀ ਖੰਡਾਂ ਦਾ ਕੇਂਦਰੀ ਕੋਣ ਦਾ ਮਾਪ 180 ਡਿਗਰੀ ਤੋਂ ਵੱਧ ਨਹੀਂ ਹੋ ਸਕਦਾ। ਤਾਂ ਜਿੰਨਾ ਮਰਜ਼ੀ ਹੋ ਸਕਦਾ। 216 ਵਾਲਾ ਵੀ ਇੱਕ ਕੁਐਸਚਨ ਆਇਆ ਸੀ, ਤਾਂ ਇਹ ਕੀ ਹੈ? ਗਲਤ ਕਹਿ ਰਿਹਾ ਕਿ ਵੱਧ ਨਹੀਂ ਹੋ ਸਕਦਾ। ਠੀਕ ਹੈ, ਬਸ ਇਹ ਵਾਲੇ ਕੁਐਸਚਨ ਆਪਣੇ ਰਹਿ ਗਏ ਸੀ, ਉਹ ਮੈਂ ਇਸ ਵੀਡੀਓ ਦੇ ਵਿੱਚ ਕਵਰ ਕਰ ਲਏ। ਚੈਪਟਰ 4 ਦੇ MCQ ਸੀ। ਤਾਂ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗੀ ਅਤੇ ਸਾਰੀ ਚੀਜ਼ ਸਹੀ ਤਰੀਕੇ ਨਾਲ ਤੁਹਾਨੂੰ ਸਮਝ ਆਉਂਦੀ ਆ ਗਈ। ਠੀਕ ਹੈ ਸਟੂਡੈਂਟਸ, ਓਕੇ, ਥੈਂਕ ਯੂ।